ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਪ ਬਾਣੀ ਦੀ ਲੜੀਵਾਰ ਵਿਚਾਰ ਜੋ ਅਸੀਂ ਕਰ ਰਹੇ ਹਾਂ, ਅਕਾਲ ਪੁਰਖ ਜੀ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਸਮਝਣ ਦਾ ਮੌਕਾ ਮਿਲਿਆ ਹੈ। ਜੀਵਨ ਦਾ ਆਧਾਰ ਸਤਿਗੁਰੂ ਜੀ ਦੀ ਰੱਬੀ ਬਾਣੀ, ਜਿੰਨਾ ਸਮਝੀ ਜਾਈਏ ਉਨੀਆਂ ਹੋਰ ਗਹਿਰਾਈਆਂ ਦਾ ਪਤਾ ਲੱਗਦਾ ਜਾਂਦਾ। ਔਰ ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੂੰ ਇਹ ਗਹਿਰਾਈਆਂ ਦੇ ਸਮਝ ਆ ਗਈ, ਉਹ ਪੰਚ ਬਣ ਗਏ। ਅੱਜ ਅਸੀਂ ਜਪ ਬਾਣੀ ਦੀ ਪੰਚ ਪ੍ਰਵਾਨ, ਪੰਚ ਪ੍ਰਧਾਨ ਵਾਲੀ ਪੌੜੀ ਦੀ ਵਿਚਾਰ ਸਰਵਨ ਕਰਨੀ ਹੈ। ਇਹ ਵਿਚਾਰ ਸਾਡੇ ਨਾਲ ਸਾਂਝੀ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ, ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਹਨ। ਉਹ ਰੋਜ਼ ਸਾਨੂੰ ਇਹ ਸੇਵਾ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ, ਅੱਜ ਇਸ ਪੌੜੀ ਦੀ ਵਿਚਾਰ ਆਰੰਭ ਕੀਤੀ ਜਾਵੇ। ਵੀਰ ਪ੍ਰਭ ਕੀਰਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਿਛਲੇ ਕੁਝ ਸਮੇਂ ਤੋਂ ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਇੱਕ ਅਤ ਕੀਮਤੀ ਸਾਨੂੰ ਜਿਹੜੀ ਗਿਫਟ ਸਤਿਗੁਰਾਂ ਨੇ ਦਿੱਤੀ ਹੈ, ਜਪਜੀ ਸਾਹਿਬ ਦੀ ਬਾਣੀ, ਜਿਹਨੂੰ ਅਸੀਂ ਕਹਿ ਕੇ ਪੁਕਾਰਦੇ ਹਾਂ, ਉਸ ਦੇ ਵਿੱਚ ਛੁਪੇ ਹੋਏ ਮਾਣਕ ਮੋਤੀ ਚੁਗਣ ਦੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ। ਇਸੇ ਲੜੀ ਵਿੱਚ ਆਓ ਅੱਗੇ ਚੱਲੀਏ। ਹੁਣ ਤੱਕ ਸਤਿਗੁਰੂ ਜੀ ਸਾਨੂੰ ਆਰੰਭ ਤੋਂ ਲੈ ਕੇ ਉਂਗਲੀ ਫੜ ਕੇ ਸਾਡੀ ਤੋਰ ਰਹੇ ਹਨ। ਕਿਹੜੇ ਰਸਤੇ ਤੇ ਜਿਹੜਾ ਹੁਕਮ ਦਾ ਮਾਰਗ ਹੈ, ਨਾਮ ਦਾ ਮਾਰਗ ਹੈ, ਉਸ ਰਸਤੇ ਉੱਤੇ ਸਾਨੂੰ ਤੋਰ ਰਹੇ ਹਨ। ਤੋ ਸਟੈਪ ਬਾਏ ਸਟੈਪ, ਕਦਮ ਬਾ ਕਦਮ, ਪੌੜੀ ਦਰ ਪੌੜੀ, ਉਹ ਸਾਨੂੰ ਅੱਗੇ ਅੱਗੇ ਤੋਰਦੇ ਜਾ ਰਹੇ ਹਨ, ਗੱਲ ਸਮਝਾਉਂਦੇ ਜਾ ਰਹੇ ਹਨ ਕਿ ਨਾਮ ਦਾ ਮਾਰਗ ਕਿਸ ਤਰ੍ਹਾਂ ਦਾ ਹੈ, ਇਸ ਤੇ ਕਿਸ ਤਰ੍ਹਾਂ ਤੁਰਨਾ ਹੈ, ਇਹਦੇ ਤੇ ਤੁਰਨ ਨਾਲ ਸਾਨੂੰ ਕੀ ਪ੍ਰਾਪਤੀਆਂ ਆਉਣੀਆਂ ਹਨ। ਹੁਣ ਤੱਕ ਆਪਾਂ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਦੇ ਅੰਤ ਤੱਕ ਪਹੁੰਚ ਚੁੱਕੇ ਹਾਂ। ਤੋ ਜਿਵੇਂ ਪਹਿਲਾਂ 4-4 ਪੌੜੀਆਂ ਦਾ ਇੱਕ ਗਰੁੱਪ ਹੈ, ਇੱਕ ਗੁੱਟ ਸੀ, ਪਹਿਲੇ ਸੁਣਿਆ ਦੀਆਂ ਪੌੜੀਆਂ ਦਾ, ਫਿਰ ਉਸ ਤੋਂ ਬਾਅਦ ਮੰਨੇ ਦੀਆਂ ਪੌੜੀਆਂ ਦਾ। ਤੋ ਇਹਨਾਂ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਆਪਣੇ ਜੋ ਮੈਸੇਜਸ ਦਿੱਤੇ ਸਨ, ਹੁਣ ਅੱਗੇ ਜਿਹੜੇ 4 ਪੌੜੀਆਂ ਆ ਰਹੀਆਂ ਹਨ, ਉਹ ਪੌੜੀਆਂ ਵੀ ਜਿਹੜੀਆਂ ਹਨ, ਉਹਨਾਂ ਦਾ ਵੀ ਇੱਕ ਗਰੁੱਪ ਹੈ। ਇਹ ਚਾਰੋਂ ਪੌੜੀਆਂ ਦੀਆਂ ਅੰਤਲੀਆਂ ਜਿਹੜੀਆਂ ਪੰਕਤੀਆਂ ਨੇ ਉਹ ਕਾਮਨ ਹਨ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੋ ਅਸੀਂ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਚਾਰੋਂ ਪੌੜੀਆਂ ਦੇ ਵਿੱਚ ਵਿਸ਼ਾ ਮੁੱਖ ਤੌਰ ਦੇ ਉੱਤੇ ਜੋ ਫਾਈਨਲ ਮੈਸੇਜ ਹਰ ਪੌੜੀ ਦੇ ਵਿੱਚ ਸਾਨੂੰ ਦਿੰਦੇ ਹਨ ਸਤਿਗੁਰੂ, ਉਹ ਇੱਕੋ ਹੀ ਹੈ। ਤੇ ਪਹਿਲੀ ਪੌੜੀ ਜਿਹੜੀ ਉਸ ਗਰੁੱਪ ਦੇ ਵਿੱਚੋਂ ਅੱਜ ਅਸੀਂ ਸ਼ੁਰੂ ਕਰਨੀ ਹੈ, ਉਹ ਜਿਵੇਂ ਵੀਰ ਜੀ ਨੇ ਦੱਸਿਆ ਹੈ, ਉਹਦਾ ਪਹਿਲੀ ਪੰਕਤੀ ਪੰਚ ਪ੍ਰਵਾਨ ਪੰਚ ਪ੍ਰਧਾਨ ਤੋਂ ਸ਼ੁਰੂ ਹੁੰਦੀ ਹੈ। ਤਾਂ ਹੁਣ ਤੱਕ ਜੋ ਇਸ ਰਸਤੇ ਤੇ ਚੱਲਦੇ ਆ, ਸਤਿਗੁਰੂ ਕਹਿੰਦੇ ਹਨ ਕਿ ਜੇ ਤੁਸੀਂ ਇਸ ਰਸਤੇ ਤੇ ਚੱਲੋਗੇ ਤਾਂ ਤੁਹਾਡੀਆਂ ਕੀ ਪ੍ਰਾਪਤੀਆਂ ਹੋਣਗੀਆਂ, ਕੀ ਅਵਸਥਾ ਬਣੇਗੀ। ਇੱਕ ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਵਿਅਕਤੀ ਦੀ ਕੀ ਅਵਸਥਾ ਬਣਦੀ ਹੈ, ਉਹ ਸਤਿਗੁਰੂ ਸਾਨੂੰ ਸਮਝਾ ਚੁੱਕੇ ਹਨ। ਤਾਂ ਅੱਗੇ ਵਾਂਗ ਹੀ ਸਤਿਗੁਰੂ ਫਿਰ ਇੱਥੇ ਸਾਡੀ ਉਂਗਲ ਫੜ ਕੇ ਸਾਨੂੰ ਅੱਗੇ ਤੋਰਦੇ ਹਨ, ਰਾਹ ਦੱਸ ਰਹੇ ਹਨ। ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ, ਔਕੜਾਂ ਬਾਰੇ ਵੀ ਸਾਨੂੰ ਆਗਾਹ ਕਰ ਰਹੇ ਹਨ। ਤੇ ਇੱਕ ਇੱਕ ਕਦਮ, ਕਦਮ ਬਾ ਕਦਮ, ਪੌੜੀ ਦਰ ਪੌੜੀ ਸਾਨੂੰ ਅੱਗੇ ਤੋਰਦੇ ਜਾ ਰਹੇ ਹਨ।
तो इस पौड़ी विच भी सतगुरु अपने इस सिस्टम के मुताबिक ही सतगुरु का भाव वो गुरु जो सत है, सच्चा गुरु है, सब तो उच्चा गुरु है, एक सियाने उस्ताद की तरह अपने अनजाने बच्चों को ਤੋਰਨ का जो ढंग ਹੁੰਦਾ है, सतगुरु उस तरह ही सानू फिर अगे ਤੋਰ रहे हैं। आओ पहला इस पौड़ी की एक बारी अपने आप को ये नाल फैमिलीयर करके फिर विचार शुरू करते हैं। आओ सारे रल मिल के इसका पाठ करिए जी। पंच परवान पंच प्रधान, पंचे पावै दरगाह मान, पंचे सोहै दर राजान, पंचा का गुर एक ध्यान, जे को कह करे विचार, करते कह करण नाही शुमार, धौल धर्म दया का पूत, संतोख थाप रखिया जिन सूत, जे को बुझै होवै सचियार, तवलै उपर किता भार, धरती होर परै होर होर, तिसते भार तलै कवन जोर, जी जात रंगा के नाम, सबना लिखिया बड़ी कलाम, ए लेखा लिख जाने कोई, लेखा लिखिया केता होए, केता तान सवाल्यो रूप, केती दात जाने कौन कूट, पीता पसाओ एको कवाओ, तिसते होए लख दरियाओ, कुदरत कवन कहाँ विचार, वारिया न जावा एक वार, जो तुद भावै साई भली कार, तू सदा सलामत निरंकार। ये एक पौड़ी अगे नालों जिन्नियां पौड़ियां दी असीं विचार कर रहे हैं उन्हां तो थोड़ी जी लमेरी पौड़ी है। तो विषय के मुताबिक असीं इस दे विच भी 3-4 हिस्से बना के इहदी विचार करांगे कि ताकि सानू सहजे ही जो सतगुरु सानू समझाना चाहुंदे हन उहदी समझ लग जाए। कोशिश करांगे कि बनदे समय दे विच ही इहदी समाप्ति करन दी कोशिश करिए। तो सतगुरु शुरू करते हैं पंच परवान पंच प्रधान। इत्थे पंच शब्द सतगुरां ने यूज किया है। जिवें अगे सुनिया दी पौड़ियां दे विच सतगुरां ने नानक भगतां सदा विगास कह के उस अवस्था के उत्ते उस रस्ते ते चलण वाले जो सिख हैं उन्होंने भगत का दर्जा दिता सी, भगत का एक नाम दिता सी। तो इउं समझिए कि सतगुरां ने वो व्यक्ति जिन्होंने नाम सुनिया है, मन्निया है, जिन्हों की सुरत नाम दे विच जुड़ गई है, जिन्हों के अंदर उस अकाल पुरख की प्रतीत आ गई है, जिहड़े उन्होंने हाज़र हजूर समझ के अपना जीवन जीउंदे हैं, भाव कि वो सदा उस अकाल पुरख के नाम के नाल ही अपना सुरत नूं जोड़ी रखते हैं। उन्होंने सतगुरां ने हुण पंच का नाम दिता। वैसे पंच का साडी आम भाषा दे विच एक प्रधान पुरख का नाम हुंदा है। जिवें पंचायत हुंदी है, उहदे मैंबरां नूं पंच कहा जाता है, जिहड़े कि उस कबीले दे, उस पिंड दे या उस संस्था दे लोकां दे बारे जो फैसले करने हुंदे हन वो पंच करते हैं। तो पंच का अर्थ प्रधान पुरख है और इस पंक्ति दे विच भी सतगुरां ने ये शब्द वरतिया है। बाकी इसनूं अर्थ करने च बहुत सारे व्यक्तियों ने इनू अपने अपने ढंग दे नाल कीता है। इनू पंज दे नाल भी संबंधित करके ये कहा गया है कि जिहदे विच हुण तक सतगुरां ने जिहड़े सानू पंज गुण सिखाए हैं, दसे हैं, जिन्हां ने वो अपने अंदर वो प्रफुल्लित कर लए हैं गुण। नाम सुनना, नाम मनना,
ਵਡਿਆਈ ਗਾਉਣੀ, ਵਿਚਾਰ ਕਰਨੀ, ਜਿਵੇਂ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਵਿੱਚ ਸਤਿਗੁਰਾਂ ਨੇ ਕਿਹਾ ਸੀ। ਹੁਕਮ ਰਜ਼ਾਈ ਚੱਲਣਾ ਵਿੱਚ ਜਿਵੇਂ ਕਿਹਾ ਸੀ, ਹੁਕਮ ਤੇ ਤੁਰਨ ਦੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਕਰਨੀ, ਤੇ ਮਨ ਰੱਖੀਆ ਭਾਵ, ਇਸ ਤਰ੍ਹਾਂ ਮਨ ਦੇ ਵਿੱਚ ਅਕਾਲ ਪੁਰਖ ਦੇ ਲਈ ਪ੍ਰੇਮ ਪੈਦਾ ਕਰਨਾ। ਇਸ ਤਰੀਕੇ ਨਾਲ ਵੀ ਇਹਨਾਂ ਦੀ ਵਿਆਖਿਆ ਪੰਜ ਲਫ਼ਜ਼ ਮਤਲਬ ਪੰਜ ਗੁਣਾ, ਪੰਜ ਗਿਣਤੀ ਦੇ ਪੰਜਾਂ ਦੇ ਹਿਸਾਬ ਦੇ ਨਾਲ ਵੀ ਕੀਤੀ ਜਾਂਦੀ ਹੈ। ਪਰ ਇਹਨੂੰ ਕਿਸੇ ਤਰ੍ਹਾਂ ਵੀ ਲਈਏ, ਇੱਕ ਗੱਲ ਸਪਸ਼ਟ ਹੈ ਕਿ ਜਦ ਸਤਿਗੁਰਾਂ ਨੇ ਹੁਣ ਪੰਜ ਸ਼ਬਦ ਵਰਤਿਆ ਹੈ ਤਾਂ ਇਹਦਾ ਅਰਥ ਇਹੀ ਹੈ ਕਿ ਹੁਣ ਤੱਕ ਸਤਿਗੁਰਾਂ ਨੇ ਜੋ ਸਾਨੂੰ ਪਾਠ ਪੜ੍ਹਾਇਆ ਹੈ, ਇੱਕ ਚੰਗੇ ਉਸਤਾਦ ਵਾਂਗ, ਜਿਸ ਚੰਗੇ ਵਿਦਿਆਰਥੀ ਨੇ ਉਹ ਪਾਠ ਚੰਗੀ ਤਰ੍ਹਾਂ ਪੜ੍ਹ ਲਿਆ ਹੈ, ਸਮਝ ਲਿਆ ਹੈ, ਹਿਰਦੇ 'ਚ ਵਸਾ ਲਿਆ ਤੇ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਹੈ, ਉਸ ਦੇ ਵਾਸਤੇ ਇਹ ਸ਼ਬਦ ਵਰਤਿਆ ਗਿਆ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਪੰਜ ਪ੍ਰਵਾਨ, ਪ੍ਰਵਾਨ ਦਾ ਅਰਥ ਹੈ ਕਬੂਲ ਹੋ ਜਾਣਾ ਜਾਂ ਸੁਰਖਰੂ ਹੋ ਜਾਣਾ। ਕੋਈ ਗੱਲ ਜਿਹੜੀ ਹੈ ਸਿਰੇ ਤੇ ਲੱਗ ਜਾਏ ਤਾਂ ਉਹਨੂੰ ਅਸੀਂ ਪ੍ਰਵਾਨ ਕਹਿੰਦੇ ਹਾਂ। ਤੇ ਪੰਜ ਪ੍ਰਧਾਨ, ਪ੍ਰਧਾਨ ਦਾ ਅਰਥ ਹੁੰਦਾ ਹੈ ਜਿਹੜਾ ਵੱਡਾ ਆਗੂ ਹੋ ਜਾਏ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਜੁੜੀ ਹੈ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਆ ਗਿਆ ਹੈ, ਉਹ ਇਸ ਜਗਤ ਦੇ ਵਿੱਚ ਮੰਨੇ ਪਰਮੰਨੇ ਰਹਿੰਦੇ ਹਨ ਤੇ ਪ੍ਰਧਾਨ ਹੁੰਦੇ ਹਨ, ਸਭ ਦੇ ਆਗੂ ਬਣ ਜਾਂਦੇ ਹਨ। ਉਹਨਾਂ ਨੂੰ ਆਗੂ ਦੀ ਤਰ੍ਹਾਂ ਸਤਿਕਾਰ ਦਿੱਤਾ ਜਾਂਦਾ ਹੈ। ਪੰਚੇ ਪਾਵੇਂ ਦਰਗਾਹ ਮਾਨ, ਇਹ ਅਜਿਹੇ ਪੰਜ ਜਨ ਜਿਨ੍ਹਾਂ ਨੂੰ ਅਸੀਂ ਪੰਚ ਕਹਿ ਲਈਏ, ਸੰਤ ਕਹਿ ਲਈਏ, ਭਗਤ ਕਹਿ ਲਈਏ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਪਾਉਂਦੇ ਹਨ, ਕੀ ਪਾਉਂਦੇ ਹਨ? ਦਰਗਾਹ ਮਾਨ। ਦਰਗਾਹ ਦਾ ਭਾਵ ਹੈ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ, ਅਕਾਲ ਪੁਰਖ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਮਾਣ, ਭਾਵ, ਆਦਰ, ਵਡਿਆਈਆਂ ਮਿਲਦੀਆਂ ਹਨ। ਭਾਵ ਪ੍ਰਭੂ ਦੇ ਦਰ ਤੇ ਕਬੂਲੇ ਜਾਂਦੇ ਹਨ, ਪ੍ਰਭੂ ਦੇ ਦਰ ਤੇ ਸਤਿਕਾਰੇ ਜਾਂਦੇ ਹਨ, ਬਨਿਸਬਤ ਉਹਨਾਂ ਦੇ ਜਿਨ੍ਹਾਂ ਨੇ ਇਸ ਰਸਤੇ ਤੇ ਕਦਮ ਨਹੀਂ ਚੱਲਿਆ ਹੁੰਦਾ, ਜਾਂ ਚੱਲਿਆ ਹੈ ਤੇ ਉਹ ਪ੍ਰਾਪਤੀਆਂ ਨਹੀਂ ਕਰ ਪਾਏ, ਵਿੱਚੇ ਹੀ ਖੁੰਝ ਗਏ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਜਿਹੇ ਪੰਜ ਜਿਹੜੇ ਹਨ ਉਹ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੇ ਹਨ। ਪੰਚੇ ਸੋਹੈ ਦਰ ਰਾਜਾਨ, ਸੋਹੈ ਦਾ ਭਾਵ ਹੈ ਸ਼ੋਭਦੇ ਹਨ, ਸੋਹਣੇ ਲੱਗਦੇ ਹਨ। ਤੇ ਦਰ ਦਾ ਭਾਵ ਹੈ ਸਿਆਰੀ ਨਾਲ ਹੈ ਦਰ ਤੇ। ਦਰ ਤੇ ਕਿਹਦੇ ਦਰ ਤੇ? ਅਕਾਲ ਪੁਰਖ ਦੇ ਦਰ ਤੇ, ਜਾਂ ਦੂਜੇ ਅਰਥ ਦੇ ਜਿਹੜੇ ਵਿਆਕਰਣ ਦੇ ਮੁਤਾਬਕ ਕੀਤੇ ਜਾਂਦੇ ਹਨ, ਰਾਜਾਨ, ਰਾਜਿਆਂ ਦੇ ਦਰ ਦੇ ਉੱਤੇ। ਰਾਜਿਆਂ ਦੇ ਦਰ ਦੇ ਉੱਤੇ ਭਾਵ ਇਸ ਜਗਤ ਦੇ ਪ੍ਰਧਾਨ ਪੁਰਖਾਂ ਦੇ ਦਰਬਾਰਾਂ ਦੇ ਵਿੱਚ ਵੀ ਅਜਿਹੇ ਵਿਅਕਤੀਆਂ ਦੀ ਸ਼ੋਭਾ ਹੁੰਦੀ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਪਹਿਲਾਂ ਸਤਿਗੁਰਾਂ ਨੇ ਅਕਾਲ ਪੁਰਖ ਦੇ ਦਰ ਦੀ ਗੱਲ ਕੀਤੀ ਸੀ, ਦਰਗਾਹ ਦੇ ਵਿੱਚ ਮਾਣ ਮਿਲਦਾ ਹੈ। ਹੁਣ ਸਤਿਗੁਰੂ ਗੱਲ ਕਰ ਰਹੇ ਹਨ ਕਿ ਉਹ ਇੱਥੇ ਰਾਜ ਦਰਬਾਰਾਂ ਦੇ ਵਿੱਚ ਵੀ ਸ਼ੋਭਾ ਪਾਉਂਦੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਤਾਂ ਇਹ ਪੰਜ ਜਨਾਂ ਦੀ ਜਿਹੜੀ ਸੁਰਤ ਹੈ ਉਹਦਾ ਜ਼ਿਕਰ ਹੁਣ ਸਤਿਗੁਰੂ ਕਹਿੰਦੇ ਹਨ। ਧਿਆਨ ਦਾ ਅਰਥ ਹੈ ਸੁਰਤੀ, ਜਿਹੜਾ ਕੇਂਦਰ ਹੁੰਦਾ ਹੈ ਸਾਡੇ ਧਿਆਨ ਦਾ, ਨਿਸ਼ਾਨਾ ਹੁੰਦਾ ਹੈ। ਇੱਥੇ ਸਤਿਗੁਰੂ ਉਹਦੀ ਗੱਲ ਕਰ ਰਹੇ ਹਨ, ਗੁਰ ਏਕ ਧਿਆਨ, ਕੇਵਲ ਗੁਰੂ ਹੀ ਉਹਨਾਂ ਦੀ ਸੁਰਤ ਦਾ, ਉਹਨਾਂ ਦੀ ਧਿਆਨ ਦਾ ਕੇਂਦਰ ਹੁੰਦਾ ਹੈ। ਇਹਨਾਂ ਦਾ ਪੰਜ ਜਿਹੜੇ ਹਨ ਉਹਨਾਂ ਦਾ ਇਹ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦੀ ਸੁਰਤੀ ਹਮੇਸ਼ਾ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੇ ਵਿੱਚ ਵੀ, ਗੁਰ ਸ਼ਬਦ ਦੇ ਵਿੱਚ ਹੀ ਜੁੜੀ ਰਹੇ, ਕਿਉਂਕਿ ਸਾਡਾ ਗੁਰੂ ਗੁਰ ਸ਼ਬਦ ਹੈ, ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਬਖਸ਼ਿਆ ਹੋਇਆ ਨਾਮ ਹੈ। ਗੁਰੂ ਨੇ ਜੋ ਸਾਨੂੰ ਪੜ੍ਹਾਇਆ ਹੈ ਕਿ ਨਾਮ ਦੇ ਵਿੱਚ ਜੁੜੇ ਰਹਿਣਾ ਹੈ, ਤਾਂ ਉਹਦੀ ਸਿੱਖਿਆ ਵੱਲ, ਸਤਿਗੁਰੂ ਦੀ ਸਿੱਖਿਆ ਵੱਲ, ਗੁਰ ਸ਼ਬਦ ਵੱਲ ਜੁੜੇ ਰਹਿਣਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ। ਤਾਂ ਇੱਕ ਧਿਆਨ ਹੁੰਦਾ ਹੈ, ਭਾਵ ਜ਼ਿੰਦਗੀ ਦਾ ਕੇਂਦਰ ਕੇਵਲ ਇਹੀ ਧਿਆਨ ਹੈ ਕਿ ਨਾਮ ਦੇ ਵਿੱਚ, ਗੁਰ ਸ਼ਬਦ ਦੇ ਵਿੱਚ ਸਾਡੀ ਸੁਰਤ ਜੋ ਹੈ ਉਹ ਹਮੇਸ਼ਾ ਜੁੜੀ ਰਹੇ। ਇਹ ਪੰਚਾਂ ਦਾ ਕੰਮ ਹੁੰਦਾ ਹੈ, ਉਹਨਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ। ਤੋ ਸਤਿਗੁਰੂ ਕਹਿੰਦੇ ਹਨ,
ਜੇ ਕੋ ਇਹ ਮਤਲਬ ਆਪਾਂ ਇੱਥੇ ਪਹੁੰਚ ਕੇ ਸਤਿਗੁਰਾਂ ਨੇ ਸਾਨੂੰ ਜਿਹੜੀ ਗੱਲ ਕਹੀ ਹੈ ਕਿ ਇੱਥੇ ਤੱਕ ਪਹੁੰਚਦਿਆਂ ਜੋ ਮਨੁੱਖ ਹੈ ਉਹਨੂੰ ਜੋ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਦੇ ਵਿੱਚ ਜੋ ਸਤਿਗੁਰਾਂ ਨੇ ਦੱਸਿਆ ਸੀ ਕਿਹੜੇ ਗੁਣ ਪ੍ਰਵੇਸ਼ ਹੁੰਦੇ ਹਨ, ਕਿਹੜੀਆਂ ਪ੍ਰਾਪਤੀਆਂ ਹੁੰਦੀਆਂ ਹਨ। ਤੋ ਉਹਨਾਂ ਪ੍ਰਾਪਤੀਆਂ ਦੇ ਉੱਤੇ ਚੱਲ ਕੇ ਜਦੋਂ ਮਨੁੱਖ ਇਸ ਅਵਸਥਾ ਨੂੰ, ਜਿਨ੍ਹਾਂ ਨੂੰ ਪੰਚ ਦੀ ਅਵਸਥਾ ਕਹਿੰਦੇ ਹਾਂ ਅਸੀਂ, ਉੱਥੇ ਪਹੁੰਚ ਕੇ ਜਦੋਂ ਇਨਸਾਨ ਇੱਕ ਮਤਲਬ ਅਸੀਂ ਕਹੀਏ ਕਿ ਉੱਚੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਸਤਿਗੁਰੂ ਕਹਿੰਦੇ ਹਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸ਼ਮਾਰ। ਤੋ ਅਕਾਲ ਪੁਰਖ ਦੀ ਜਿਹੜੀ ਕਰਤੇ ਕੈ ਕਰਣੈ, ਕਰਣੈ ਦਾ ਭਾਵ ਹੈ ਉਹਦਾ ਕੀਤਾ ਹੋਇਆ। ਕਰਤੇ ਦਾ ਕੀਤਾ ਹੋਇਆ, ਤੇ ਕਰਤੇ ਦਾ ਕੀਤਾ ਹੋਇਆ ਤੇ ਕੁਦਰਤ ਹੈ ਉਸਦੀ, ਜੋ ਉਸਨੇ ਰਚਨਾ ਕੀਤੀ ਹੈ। ਨਾ ਹੀ ਸ਼ਮਾਰ, ਸ਼ਮਾਰ ਦਾ ਭਾਵ ਹੈ ਕਿਸੇ ਚੀਜ਼ ਦਾ ਅਸੀਂ ਹਿਸਾਬ ਲਗਾ ਕੇ ਨਹੀਂ ਦੱਸ ਸਕਦੇ ਕਿ ਇਹ ਕਿੰਨਾ ਕੁ ਹੈ, ਇਹਦਾ ਕੋਈ ਅਸੀਂ ਅਕਾਊਂਟ ਨਹੀਂ ਬਣਾ ਸਕਦੇ, ਸਾਈਜ਼ ਨਹੀਂ ਬਣਾ ਸਕਦੇ, ਕੈਲਕੂਲੇਸ਼ਨ ਨਹੀਂ ਕਰ ਸਕਦੇ, ਸ਼ਮਾਰ ਨਹੀਂ ਲਾ ਸਕਦੇ। ਸਤਿਗੁਰੂ ਕਹਿੰਦੇ ਕਿ ਅਕਾਲ ਪੁਰਖ ਨੇ ਜੋ ਕੁਦਰਤ ਬਣਾਈ ਹੈ ਉਹਦਾ ਕੋਈ ਲੇਖਾ ਨਹੀਂ ਲਗਾਇਆ ਜਾ ਸਕਦਾ, ਉਹਦਾ ਕੋਈ ਲੇਖਾ ਨਹੀਂ ਲਗਾਇਆ ਜਾ ਸਕਦਾ ਅਤੇ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਸਤਿਗੁਰੂ ਕਹਿੰਦੇ ਹਨ ਕਿ ਗੁਰਸ਼ਬਦ ਦੇ ਵਿੱਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਕੋਈ ਮਨੁੱਖ ਕਰਤੇ ਦੀ ਰਚੀ ਹੋਈ ਕੁਦਰਤ ਦਾ ਅੰਤ, ਹਿਸਾਬ, ਲੇਖਾ ਪਾ ਸਕੇ, ਕਿਉਂਕਿ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਅੰਤ ਨਹੀਂ ਪੈ ਸਕਦਾ, ਲੇਖਾ ਨਹੀਂ ਲਗਾਇਆ ਜਾ ਸਕਦਾ। ਤਾਂ ਫਿਰ ਜੇ ਕੋ ਕਹੈ ਕਰੈ ਵਿਚਾਰ, ਕਹੈ ਦਾ ਭਾਵ ਹੈ ਬਿਆਨ ਕਰੇ, ਤੇ ਵਿਚਾਰ ਦਾ ਮਤਲਬ ਹੈ ਕਿ ਲੇਖੇ ਦੀ ਵਿਚਾਰ ਕਰੇ। ਭਾਵੇਂ ਇਸ ਬਾਰੇ ਕੋਈ ਕਥਨ ਕਰਕੇ ਵੇਖੇ ਤੇ ਵਿਚਾਰ ਕਰਕੇ ਵੇਖੇ, ਪਰ ਕਰਤੇ ਕੈ ਕਰਣੈ ਨਾਹੀ ਸ਼ਮਾਰ। ਤੋ ਉਹਦਾ ਸ਼ਮਾਰ ਨਹੀਂ ਲਾਇਆ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਹੁਣ ਤੱਕ ਸਤਿਗੁਰੂ ਕਹਿ ਰਹੇ ਹਨ ਕਿ ਜਿਹੜੇ ਅਜਿਹੇ ਭਗਤ ਜਨ ਹਨ ਉਹ ਜਗਤ ਵਿੱਚ ਪ੍ਰਵਾਨ ਹੁੰਦੇ ਹਨ, ਕਬੂਲ ਹੁੰਦੇ ਹਨ, ਉਹਨਾਂ ਨੂੰ ਪ੍ਰਧਾਨ ਗਿਣਿਆ ਜਾਂਦਾ ਹੈ, ਉਹ ਦਰਗਾਹ ਦੇ ਵਿੱਚ ਵੀ ਮਾਨ ਪਾਉਂਦੇ ਹਨ ਤੇ ਰਾਜਾਨ ਭਾਵ ਜਿਹੜੇ ਰਾਜੇ ਹਨ ਉਹਨਾਂ ਦੇ ਦਰ ਦੇ ਉੱਤੇ ਵੀ ਉਹਨਾਂ ਦਾ ਮਾਨ ਸਤਿਕਾਰ ਹੁੰਦਾ ਹੈ, ਉੱਥੇ ਸ਼ੋਭਦੇ ਹਨ। ਪਰ ਉਹਨਾਂ ਦਾ ਧਿਆਨ ਕੇਵਲ ਇੱਕ ਅਕਾਲ ਪੁਰਖ ਵੱਲ ਹੁੰਦਾ ਹੈ। ਹੁਣ ਸਤਿਗੁਰੂ ਅੱਗੇ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਅਸੀਂ ਕਰਤੇ ਦੀ ਕੁਦਰਤ ਦੀ ਗੱਲ ਕਰਦੇ ਹਾਂ ਤਾਂ ਉਹਦਾ ਸ਼ੁਮਾਰ, ਉਹਦਾ ਲੇਖਾ ਨਹੀਂ ਕੀਤਾ ਜਾ ਸਕਦਾ, ਲੇਖਾ ਨਹੀਂ ਲਗਾਇਆ ਜਾ ਸਕਦਾ। ਇੱਥੇ ਸਤਿਗੁਰੂ ਹੁਣ ਅੱਗੇ ਸਾਨੂੰ ਜਿਹੜੀ ਗੱਲ ਸਮਝਾਉਣੀ ਚਾਹੁੰਦੇ ਹਨ, ਜਿਹੜੇ ਜਦੋਂ ਕੋਈ ਵਿਅਕਤੀ ਇਹਨਾਂ ਅਵਸਥਾਵਾਂ ਤੇ ਪਹੁੰਚ ਜਾਂਦਾ ਹੈ ਤਾਂ ਜਿਵੇਂ ਕਿ ਅੱਗੇ ਹੁਣ ਤੱਕ ਇਸ ਤੋਂ ਪਹਿਲਾਂ ਦੇ ਸਮੇਂ ਸਤਿਗੁਰਾਂ ਦੇ ਪਹਿਲਾਂ ਤੋਂ ਸਮੇਂ ਦੇ ਵਿੱਚ ਹੋ ਜਾਂਦਾ ਹੈ, ਉਹਨਾਂ ਨੇ ਦੇਖਿਆ ਹੈ, ਆਬਜ਼ਰਵ ਕੀਤਾ ਹੈ ਕਿ ਮਨੁੱਖ ਜਦੋਂ ਉੱਚੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਇੱਕ ਟੈਂਡੈਂਸੀ ਜਗਤ ਦੀ ਜੋ ਸ਼ੁਮਾਰ ਹੈ, ਜਗਤ ਦੇ ਅੰਤ ਨੂੰ ਪਾਉਣ ਲਈ, ਜਗਤ ਦੇ ਭੇਦ ਨੂੰ ਪਾਉਣ ਦੀ ਪੈਦਾ ਹੋ ਜਾਂਦੀ ਹੈ, ਕਿਉਂਕਿ ਉਹਦੇ ਗਿਆਨ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਤਾਂ ਇਹ ਇੱਕ ਟੈਂਡੈਂਸੀ ਬਣ ਜਾਂਦੀ ਹੈ ਕਿ ਜਿਵੇਂ ਅਸੀਂ ਇਸ ਜਗਤ ਨੂੰ ਵੀ ਪੂਰੀ ਤਰ੍ਹਾਂ ਸਮਝ ਸਕਦੇ ਹਾਂ, ਕਿਉਂਕਿ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਸਤਿਗੁਰਾਂ ਨੇ ਅੱਗੇ ਜਿਹੜੀ ਐਗਜ਼ਾਮਪਲ ਲਈ ਹੈ ਉਹਦੇ ਬਾਰੇ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਧੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਸਤਿਗੁਰੂ ਕਹਿੰਦੇ ਹਨ ਕਿ ਇਹ ਜਗਤ ਜੋ ਅਕਾਲ ਪੁਰਖ ਨੇ ਰਚਿਆ ਹੈ ਉਹਦਾ ਸਹਾਰਾ ਕੀ ਹੈ? ਉਹਦਾ ਸਹਾਰਾ ਹੈ, ਧੌਲ ਦਾ ਭਾਵ ਹੁੰਦਾ ਹੈ ਬਲ, ਤੇ ਧਰਮ ਦਾ ਮਤਲਬ ਹੈ ਅਕਾਲ ਪੁਰਖ ਦਾ ਨਿਯਮ। ਇਹਨੂੰ ਅਸੀਂ ਹੁਕਮ ਦੇ ਅਰਥਾਂ 'ਚ ਵੀ ਲੈ ਸਕਦੇ ਹਾਂ ਕਿ ਜਿਸ ਤਰ੍ਹਾਂ ਇੱਕ ਇਮੈਜਿਨ ਕੀਤਾ ਗਿਆ ਅੱਗੇ ਪਹਿਲੇ ਹੋਏ ਗਿਆਨਵਾਨ ਬੰਦਿਆਂ ਦੇ ਵੱਲੋਂ ਕਿ ਇਸ ਧਰਤੀ ਦੇ ਥੱਲੇ ਇੱਕ ਬਲਦ ਹੈ ਜਿਹਨੇ ਧਰਤੀ ਨੂੰ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਹੈ ਤੇ ਉਹਨੇ ਇਸ ਧਰਤੀ ਨੂੰ ਸਹਾਰਾ ਦਿੱਤਾ ਹੋਇਆ।
ਤੇ ਸਤਿਗੁਰੂ ਇੱਥੇ ਕਹਿੰਦੇ ਹਨ ਕਿ ਅਸਲੀਅਤ ਦੇ ਵਿੱਚ ਅਸੀਂ ਜੇ ਦੇਖੀਏ ਤਾਂ ਅਕਾਲ ਪੁਰਖ ਦਾ ਨਿਯਮ ਹੀ ਹੈ ਜੋ ਇਸ ਜਗਤ ਨੂੰ ਸਹਾਰਾ ਦਿੰਦਾ ਹੈ। ਤੇ ਧੌਲ ਹੀ ਉਹ ਬਲਦ ਹੈ ਜੋ ਇਸ ਜਗਤ ਨੂੰ ਸਹਾਰਾ ਦਿੰਦਾ ਹੈ। ਦਇਆ ਕਾ ਪੂਤ, ਦਇਆ ਦਾ ਪੁੱਤਰ, ਦਇਆ ਦਾ ਪੁੱਤਰ ਧਰਮ ਨੂੰ ਕਿਹਾ ਹੈ ਸਤਿਗੁਰਾਂ ਨੇ ਕਿ ਇਹ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ ਧਰਮ। ਚਾਹੇ ਅਸੀਂ ਇਨਸਾਨੀ ਧਰਮ ਦੀ ਗੱਲ ਕਹੀਏ ਜਾਂ ਅਕਾਲ ਪੁਰਖ ਦਾ ਨਿਯਮ ਕਹੀਏ, ਉਹ ਵੀ ਤਾਂ ਅਕਾਲ ਪੁਰਖ ਦੀ ਦਇਆ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ। ਤਾਂ ਇਹ ਜੋ ਧਰਮ ਹੈ ਇਹ ਦਰਅਸਲ ਸਤਿਗੁਰੂ ਕਹਿੰਦੇ ਹਨ ਬਲਦ ਹੈ, ਉਹ ਧੌਲ ਹੈ ਜਿਹਨੇ ਇਸ ਜਗਤ ਨੂੰ, ਇਸ ਨਿਯਮ ਨੇ ਚੁੱਕਿਆ ਹੋਇਆ ਹੈ, ਆਪਣੀ ਥਾਂ ਦੇ ਉੱਤੇ ਟਿਕਾਇਆ ਹੋਇਆ ਹੈ। ਤੇ ਸੰਤੋਖ ਥਾਪ ਰੱਖਿਆ ਜਿਨ ਸੂਤ, ਤੋ ਸੰਤੋਖ ਨੂੰ ਸਤਿਗੁਰਾਂ ਨੇ, ਅਕਾਲ ਪੁਰਖ ਨੇ, ਇਹ ਸੰਤੋਖ ਜਿਹੜਾ ਹੈਗਾ ਉਹਨੇ ਇਹ ਟਿਕਾ ਕੇ ਰੱਖਿਆ ਹੈ ਜਗਤ ਨੂੰ। ਜਿਨ ਸੂਤ, ਜਿਨ ਦਾ ਅਰਥ ਹੈ ਜਿਸ ਨੇ, ਭਾਵ ਧਰਮ ਨੇ, ਤੇ ਸੂਤ ਦਾ ਮਤਲਬ ਹੈ ਸੂਤਰ ਦੇ ਵਿੱਚ, ਮਰਿਆਦਾ ਦੇ ਵਿੱਚ। ਕਹਿਣ ਤੋਂ ਭਾਵ ਇਹ ਹੈ ਸਤਿਗੁਰਾਂ ਦਾ ਕਿ ਧੌਲ ਉਹ ਧਰਮ ਹੈ, ਉਹ ਨਿਯਮ ਹੈ ਜਿਸ ਨੇ ਇਸ ਜਗਤ ਨੂੰ ਸਹਾਰਾ ਦਿੱਤਾ ਹੋਇਆ ਹੈ। ਤੇ ਸੰਤੋਖ ਉਹ ਵਸਤੂ ਹੈ ਜਿਸ ਨੇ ਇਸ ਜਗਤ ਨੂੰ ਟਿਕਾ ਕੇ ਰੱਖਿਆ ਹੋਇਆ ਹੈ ਔਰ ਮਰਿਆਦਾ ਦੇ ਵਿੱਚ ਰੱਖਿਆ ਹੋਇਆ ਹੈ। ਤੋ ਅੱਗੇ ਸਤਿਗੁਰੂ ਕਹਿੰਦੇ ਹਨ, ਜੇ ਕੋ ਬੁਝੈ ਹੋਵੇ ਸਚਿਆਰ। ਬੁਝੈ ਦਾ ਅਰਥ ਹੈ ਸਮਝ ਲਵੇ, ਤੇ ਸਚਿਆਰ ਦਾ ਅਰਥ ਹੈ ਸੱਚ ਦਾ ਪ੍ਰਕਾਸ਼ ਹੋਣ ਦੇ ਯੋਗ ਬਣ ਜਾਏਗਾ। ਸਚਿਆਰ ਉਹ ਵਿਅਕਤੀ ਹੈ ਜਿਹੜਾ ਇਸ ਗੱਲ ਦੇ ਯੋਗ ਹੋਵੇ ਕਿ ਉਹਦੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਵੇ। ਤੋ ਆਓ ਪਹਿਲਾਂ ਇੱਥੇ ਤੱਕ ਦੀ ਆਪਾਂ ਵਿਚਾਰ ਕਰ ਲਈਏ ਕਿ ਜਦੋਂ ਕਿਸੇ ਮਨੁੱਖ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਤਾਂ ਉਸ ਦਾ ਇੱਕ ਯਤਨ ਹੁੰਦਾ ਹੈ ਕਿ ਉਹ ਇਹ ਕੋਸ਼ਿਸ਼ ਕਰਦਾ ਹੈ ਕਿ ਮੈਂ ਜਗਤ ਦੀ, ਜੋ ਸਾਨੂੰ ਦਿਸ ਰਿਹਾ ਹੈ ਜਗਤ, ਫਿਜ਼ੀਕਲ ਵਰਲਡ ਅਸੀਂ ਜਿਹਨੂੰ ਕਹੀਏ, ਤਾਂ ਉਹਦੇ ਬਾਰੇ ਅਸੀਂ ਆਪੋ ਆਪਣੇ ਕਿਆਸ ਰਾਈਆਂ ਲਾਣੀਆਂ ਸ਼ੁਰੂ ਕਰ ਦਿੰਦੇ ਹਾਂ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹ ਜਿਹੜੇ ਯਤਨ ਹਨ ਉਹ ਨਿਰਾਰਥਕ ਹਨ। ਕਿਉਂ ਨਿਰਾਰਥਕ ਹਨ? ਕਿ ਕਰਤੇ ਕੈ ਕਰਨਾ ਨਾਹੀ ਸ਼ੁਮਾਰ, ਅਸੀਂ ਉਹਦਾ ਹਿਸਾਬ ਨਹੀਂ ਲਗਾ ਸਕਦੇ। ਭਾਵੇਂ ਅਸੀਂ ਕਿੰਨਾ ਜ਼ੋਰ ਲਗਾਈਏ, ਕਿੰਨੀ ਵਿਚਾਰ ਕਰੀਏ, ਕਿੰਨਾ ਬਿਆਨ ਕਰੀਏ, ਅਸੀਂ ਇਹਦਾ ਹਿਸਾਬ ਨਹੀਂ ਲਗਾ ਸਕਦੇ। ਤੇ ਇਹ ਯਤਨ ਜਿਹੜੇ ਹਨ ਇਹ ਨਿਰਾਰਥਕ ਹਨ, ਕਿਉਂਕਿ ਅਸੀਂ ਉਹਦਾ ਹਿਸਾਬ ਜਦ ਲਗਾ ਹੀ ਨਹੀਂ ਸਕਦੇ ਤਾਂ ਫਿਰ ਇਹ ਲਗਾ ਕੇ ਅਸੀਂ ਸਿਵਾਏ ਇਸ ਦੇ ਕਿ ਆਪਣੀ ਆਤਮਿਕ ਤਰੱਕੀ ਦੇ ਰਸਤੇ ਦੇ ਵਿੱਚ ਰੁਕ ਜਾਵਾਂਗੇ ਜਾਂ ਖੁੰਝ ਜਾਵਾਂਗੇ, ਇਹ ਸਾਡੇ ਰਸਤੇ ਦੀ ਇੱਕ ਰੁਕਾਵਟ ਬਣ ਜਾਏਗੀ, ਜਿਹੜੀ ਸਾਡੇ ਸਚਿਆਰ ਬਣਨ ਦੇ ਵਿੱਚ ਇੱਕ ਰੁਕਾਵਟ ਬਣ ਜਾਏਗੀ। ਤੋ ਸਤਿਗੁਰੂ ਕਹਿੰਦੇ ਹਨ ਕਿ ਅਸਲ ਦੇ ਵਿੱਚ ਤਾਂ ਗੱਲ ਇਹ ਹੈ, ਜਿਸ ਨੂੰ ਉਸ ਅਕਾਲ ਪੁਰਖ ਦੀ ਜੋ ਕੁਦਰਤ ਹੈ ਉਹਦੇ ਬਾਰੇ ਅਕਾਲ ਪੁਰਖ ਦੇ ਨਾਲ ਪਿਆਰ ਹੁੰਦਾ ਹੈ, ਉਹਦੀ ਸਮਝ ਤਾਂ ਇਹ ਹੁੰਦੀ ਹੈ ਕਿ ਇਹ ਜਗਤ ਜੋ ਹੈ ਇਹ ਨਿਯਮ ਦੇ ਸਿਰ ਦੇ ਉੱਤੇ ਖੜਾ ਹੈ ਤੇ ਅਸਲ ਵਿੱਚ ਇਹੀ ਉਹ ਬਲਦ ਹੈ। ਇਹ ਜਿਹੜਾ ਉਹਦਾ ਨਿਯਮ ਹੈ ਉਸੇ ਨੇ ਸ੍ਰਿਸ਼ਟੀ ਨੂੰ ਕਾਇਮ ਕੀਤਾ ਹੋਇਆ ਹੈ, ਦਇਆ ਤੋਂ ਪੈਦਾ ਹੁੰਦਾ ਹੈ ਤੇ ਇਹਨੂੰ ਇਸ ਧਰਮ ਰੂਪੀ ਨਿਯਮ ਦੇ ਵਿੱਚ ਸਾਰੇ ਜਗਤ ਨੂੰ ਰੱਖਣ ਲਈ ਸੰਤੋਖ ਨੂੰ ਜਨਮ ਦਿੱਤਾ ਹੈ, ਜਿਨੇ ਮਰਿਆਦਾ ਦੇ ਵਿੱਚ ਰੱਖਿਆ ਹੈ। ਸੋ ਭਗਤ ਦੀ ਪੰਚ ਦੀ ਦ੍ਰਿਸ਼ਟੀ ਇਹ ਸਭ ਕੁਝ ਦੇਖ ਸਕਦੀ ਹੈ ਕਿ ਜਗਤ ਜੋ ਹੈ ਉਹ ਧਰਮ ਦੇ ਸਿਰ ਤੇ ਟਿਕਿਆ ਹੋਇਆ ਹੈ, ਇਹਨੂੰ ਅਕਾਲ ਪੁਰਖ ਨੇ ਆਪਣੇ ਨਿਯਮ ਦੇ ਵਿੱਚ ਰੱਖਿਆ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਜੇ ਇਸ ਚੀਜ਼ ਦੇ ਉੱਤੇ ਉਹ ਟਿਕਿਆ ਰਵੇ, ਇਹਨੂੰ ਸਮਝ ਰਵੇ, ਇਸ ਚੀਜ਼ ਨੂੰ ਹਿਰਦੇ ਵਿੱਚ ਵਸਾ ਲਵੇ ਕਿ ਇਹ ਜਗਤ ਪ੍ਰਭੂ ਦੇ ਨਿਯਮ ਦੇ ਵਿੱਚ ਚੱਲ ਰਿਹਾ ਹੈ, ਪ੍ਰਭੂ ਦੇ ਨਿਯਮ ਅਨੁਸਾਰ ਹੀ ਸਾਰਾ ਕੰਮ ਕਰ ਰਿਹਾ ਹੈ, ਇਹਦਾ ਸਹਾਰਾ ਉਹਦਾ ਨਿਯਮ ਹੀ ਹੈ, ਉਹਦਾ ਧਰਮ ਹੀ ਹੈ, ਉਹਦਾ ਹੁਕਮ ਹੀ ਹੈ, ਤੇ ਤਾਂ ਹੀ ਜਿਹੜਾ ਹੈਗਾ ਇੱਕ ਵਿਅਕਤੀ ਜੋ ਹੈ ਜੇ ਇਸ ਗੱਲ ਦੇ ਉੱਤੇ ਪੂਰਾ ਯਕੀਨ ਬੰਨ ਲਵੇ, ਉਹਦਾ ਪੂਰਾ ਜੋ ਧਿਆਨ ਹੈ ਉਹਦੇ ਵਿੱਚ ਇਹ ਗੱਲ ਸਮਾਈ ਹੋਵੇ ਕਿ ਇਹ ਜੋ ਜਗਤ ਹੈ ਇਹ ਅਕਾਲ ਪੁਰਖ ਦੇ ਨਿਯਮ ਧਰਮ ਦੇ ਵਿੱਚ ਚੱਲ ਰਿਹਾ ਹੈ ਔਰ ਅਕਾਲ ਪੁਰਖ ਦੇ ਥਾਪੇ ਨਿਯਮ ਦੇ ਵਿੱਚ ਸੰਤੋਖ ਰਾਹੀਂ ਉਹਨੇ ਇਹਨੂੰ ਮਰਿਆਦਾ ਦੇ ਵਿੱਚ ਰੱਖਿਆ ਹੋਇਆ ਹੈ। ਜੇ ਕੋਈ ਵਿਅਕਤੀ ਇਹ ਗੱਲ ਸਮਝ ਲਵੇ ਤਾਂ ਫਿਰ ਉਹ ਇਸ ਯੋਗ ਹੋ ਜਾਂਦਾ ਹੈ
ਕਿ ਉਹ ਸਚਿਆਰ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਵੇ। ਕਿਉਂਕਿ ਜਦੋਂ ਇਹਦੇ ਬਾਰੇ ਵੀ ਸਾਡੇ ਮਨ ਦੇ ਵਿੱਚ ਦਿਸਦੇ ਜਗਤ ਦੇ ਬਾਰੇ ਵੀ ਅਸੀਂ ਸੋਚ ਕੇ ਆਪਣੀਆਂ ਥਿਊਰੀਆਂ ਘੜਨ ਲੱਗ ਪਵਾਂਗੇ ਤਾਂ ਇੱਕ ਤਾਂ ਨਿਰਾਰਥਕ ਹੋਣਗੀਆਂ, ਇੱਕ ਸਾਡੇ ਰਸਤੇ ਦੇ ਵਿੱਚ ਰੁਕਾਵਟ ਪੈਦਾ ਕਰਨਗੀਆਂ। ਸਤਿਗੁਰੂ ਅਗਲੀਆਂ ਪੰਕਤੀਆਂ ਦੇ ਵਿੱਚ ਇਹ ਉਦਾਹਰਣ ਲੈ ਕੇ ਕਿ ਪੁਰਾਣੇ ਸਾਡੇ ਸਨਾਤਨ ਧਰਮ ਦੇ ਜਾਂ ਪੁਸਤਕਾਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਇਸ ਪ੍ਰਿਥਵੀ ਦੇ ਥੱਲੇ ਇੱਕ ਬਲਦ ਹੈ ਜਿਨੇ ਸਿੰਘਾਂ ਦੇ ਉੱਤੇ ਚੁੱਕਿਆ ਹੋਇਆ ਧਰਤੀ ਨੂੰ। ਤਾਂ ਸਤਿਗੁਰੂ ਕਹਿੰਦੇ ਹਨ ਇਹਨੂੰ ਹੀ ਐਗਜ਼ਾਮਿਨ ਕਰਕੇ ਆਪਾਂ ਦੇਖ ਲਈਏ, ਜੇ ਵਾਕਈ ਧਰਤੀ ਨੂੰ ਸਿੰਘਾਂ ਦੇ ਉੱਤੇ ਬਲਦ ਨੇ ਚੁੱਕਿਆ ਹੋਇਆ ਹੈ ਤਾਂ ਫਿਰ ਉਹ ਕਿੱਥੇ ਖੜਾ ਹੈ ਬਲਦ? ਉਹ ਵੀ ਤਾਂ ਕਿਸੇ ਧਰਤੀ ਤੇ ਹੀ ਖੜਾ ਹੋਏਗਾ ਨਾ। ਤਾਂ ਫਿਰ ਜਿਹੜੀ ਧਰਤੀ ਤੇ ਉਹ ਖੜਾ ਹੈ ਉਸ ਧਰਤੀ ਨੂੰ ਕਿੰਨੇ ਟਿਕਾਇਆ ਹੋਇਆ ਹੈ, ਕਿੰਨੇ ਟੇਕ ਦਿੱਤੀ ਹੋਈ ਹੈ, ਕਿੰਨੇ ਸਹਾਰਾ ਦਿੱਤਾ ਹੋਇਆ ਹੈ? ਤਾਂ ਫਿਰ ਸਾਨੂੰ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਦੀ ਕਲਪਨਾ ਕਰਨੀ ਪਏਗੀ। ਤੇ ਇਉਂ ਅਸੀਂ ਜਿਹੜੀ ਹੈ ਤੁਰਦੇ ਜਾਵਾਂਗੇ ਤੇ ਫਿਰ ਉਹ ਕਿੱਥੇ ਪਹੁੰਚਾਂਗੇ? ਅਖੀਰ ਦੇ ਉੱਤੇ ਜਾ ਕੇ ਸਾਨੂੰ ਟੇਕ ਤਾਂ ਉਸੇ ਗੱਲ ਤੇ ਹੀ ਲੈਣੀ ਪਏਗੀ ਕਿ ਜਿਹੜਾ ਆਖਰੀ ਬਲਦ ਹੈ ਉਹਦੇ ਥੱਲੇ ਕੌਣ ਹੈ? ਸਤਿਗੁਰੂ ਕਹਿੰਦੇ ਹਨ ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰ ਤਲੈ ਕਵਣ ਜ਼ੋਰ। ਤੋ ਇਸ ਤਰ੍ਹਾਂ ਉਹ ਬਲਦ ਜਿਹਨੇ ਧਰਤੀ ਨੂੰ ਚੁੱਕਿਆ ਹੈ ਉਹਦੇ ਤੇ ਕਿੱਡਾ ਵੱਡਾ ਭਾਰ ਹੋਏਗਾ, ਤੇ ਉਹਦੇ ਥੱਲੇ ਜੇ ਇੱਕ ਹੋਰ ਧਰਤੀ ਹੈ ਤਾਂ ਉਹਦੇ ਥੱਲੇ ਇੱਕ ਹੋਰ ਬਲਦ ਹੈ। ਧਰਤੀ ਦੇ ਥੱਲੇ ਧਰਤੀ, ਬਲਦ ਦੇ ਥੱਲੇ ਬਲਦ। ਅਸੀਂ ਇਮੇਜਿਨ ਕਰਦੇ ਰਹੀਏ ਤੇ ਕਿੱਡਾ ਕੁ ਵੱਡਾ ਭਾਰ ਹੋ ਜਾਏਗਾ। ਤੇ ਉਸ ਏਡੇ ਵੱਡੇ ਭਾਰ ਦੇ ਥੱਲੇ ਉਹ ਕਿਸ ਦਾ ਜ਼ੋਰ ਕੰਮ ਕਰ ਰਿਹਾ ਹੈ? ਹੁਣ ਇਹਦਾ ਤਾਂ ਕੋਈ ਜਵਾਬ ਹੈ ਨਹੀਂ, ਕਿਉਂਕਿ ਕੋਈ ਵੀ ਸੀਰੀਜ਼ ਅਗਰ ਅਸੀਂ ਇੱਕ ਲੜੀ ਜਿਹੜੀ ਹੈ ਉਹ ਐਂਡਲੈਸ ਤਾਂ ਹੋ ਨਹੀਂ ਸਕਦੀ, ਉਹਦਾ ਕਿਤੇ ਅੰਤ ਤਾਂ ਹੋਏਗਾ ਹੀ। ਤੇ ਜਦੋਂ ਅਸੀਂ ਉਸ ਅੰਤ ਤੇ ਪੁੱਛਾਂਗੇ, ਪਹੁੰਚ ਜਾਵਾਂਗੇ, ਤਾਂ ਸਾਨੂੰ ਫਿਰ ਇਹੀ ਕਹਿਣਾ ਪਏਗਾ ਕਿ ਇਹ ਆਖਰੀ ਬਲਦ ਨੂੰ ਸਹਾਰਾ ਕੌਣ ਦੇ ਰਿਹਾ ਹੈ? ਸਾਡੇ ਕੋਲ ਇਸ ਗੱਲ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਹੋਏਗਾ ਕਿ ਉਹ ਅਕਾਲ ਪੁਰਖ ਦਾ ਸਿਸਟਮ ਹੀ ਇਹਨੂੰ ਸਹਾਰਾ ਦੇ ਰਿਹਾ ਹੈ, ਉਹੀ ਇਹਨੂੰ ਟੇਕ ਦੇ ਰਿਹਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਜੋ ਦਿਸਦਾ ਜਗਤ ਹੈ ਉਹਦਾ ਅੰਤ ਪਾਉਣ ਦਾ ਯਤਨ ਕਰਨ ਦਾ ਕੋਈ ਲਾਭ ਨਹੀਂ। ਇਹ ਜਿਤਨਾ ਜਗਤ ਹੈ, ਸਤਿਗੁਰੂ ਕਹਿੰਦੇ ਹਨ, ਉਹ ਅਕਾਲ ਪੁਰਖ ਦੇ ਨਿਯਮ ਦੇ ਵਿੱਚ, ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਤੋ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ ਤਾਂ ਅਸੀਂ ਸਚਿਆਰ ਬਣਨ ਦੇ ਰਸਤੇ ਤੋਂ ਰੁਕ ਜਾਂਦੇ ਹਾਂ। ਕਿਉਂਕਿ ਜਦੋਂ ਸਤਿਗੁਰਾਂ ਨੇ ਉੱਪਰ ਗੱਲ ਸਮਝਾਈ ਹੈ, ਜੇ ਅਕਾਲ ਪੁਰਖ ਦੇ ਨਿਯਮ ਨੂੰ ਛੱਡ ਕੇ ਅਸੀਂ ਹੋਰ ਕੋਈ ਐਕਸਪਲੇਨੇਸ਼ਨ ਲੱਭਣ ਲੱਗ ਜਾਂਦੇ ਹਾਂ ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਯੂ ਆਰ ਨਾਟ ਐਲੀਜੀਬਲ ਕਿ ਤੁਸੀਂ ਸਚਿਆਰ ਬਣ ਜਾਓ। ਕਿਉਂਕਿ ਉਹਦੀ ਤਾਂ ਕੰਡੀਸ਼ਨ ਸਤਿਗੁਰਾਂ ਨੇ ਕਹਿ ਦਿੱਤੀ ਕਿ ਜੇ ਕੋ ਬੁਝੈ ਹੋਵੇ ਸਚਿਆਰ। ਜੇ ਸਚਿਆਰ ਬਣਨ ਤੱਕ ਅਸੀਂ ਆਪਣਾ ਸਫ਼ਰ ਪੂਰਾ ਕਰਨਾ ਹੈ, ਕੋਈ ਵਿਅਕਤੀ ਨੇ ਸਚਿਆਰ ਬਣਨ ਤੱਕ ਪਹੁੰਚਣਾ ਹੈ, ਤਾਂ ਉਹਨੂੰ ਇਸ ਗੱਲ ਉੱਤੇ ਆਪਣਾ ਈਮਾਨ ਬਿਠਾਉਣਾ ਪਏਗਾ, ਆਪਣਾ ਭਰੋਸਾ ਯਕੀਨ ਬਣਾਉਣਾ ਪਏਗਾ ਕਿ ਇਹ ਜਗਤ ਜੋ ਹੈ ਉਹ ਅਕਾਲ ਪੁਰਖ ਦੇ ਨਿਯਮ ਦੇ ਵਿੱਚ ਹੀ ਚੱਲ ਰਿਹਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਹੋਰ ਜਿਹੜੀ ਐਗਜ਼ਾਮਪਲ ਦੇ ਕੇ ਸਮਝਾਇਆ ਹੈ ਕਿ ਫਿਜ਼ੀਕਲ ਵਰਲਡ ਦੇ ਜਦੋਂ ਅਸੀਂ ਐਂਡ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਤਾਂ ਅਸੀਂ ਪਹੁੰਚ ਸਕਦੇ ਹਾਂ, ਤੇ ਦੂਸਰਾ ਨੁਕਸਾਨ, ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਜੋ ਅਸੀਂ ਆਤਮਿਕ ਪੰਧ ਤੈਅ ਕਰ ਰਹੇ ਹੁੰਦੇ ਆ ਉਹਦੇ ਵਿੱਚੋਂ ਅਸੀਂ ਵੀ ਗੋ ਇਨਟੂ ਦਾ ਬਾਈਲੇਨਸ, ਇਹੀ ਸਾਡੇ ਗੱਲ ਦੀ, ਸਾਡੇ ਰਸਤੇ ਦੀ ਰੁਕਾਵਟ ਬਣ ਜਾਂਦੀ ਹੈ। ਤੋ ਇਹ ਇੱਕ ਚੇਤਾਵਨੀ ਦੇ ਰਹੇ ਹਨ ਸਤਿਗੁਰੂ ਕਿ ਜੇ ਸਚਿਆਰ ਬਣਨ ਦੇ ਹੁਕਮ ਦੇ ਨਾਮ ਦੇ ਰਸਤੇ ਉੱਤੇ ਚੱਲਦਾ ਹੈ, ਸਿਮਰਨ ਦੀਆਂ ਅਵਸਥਾਵਾਂ ਦੇ ਵਿੱਚੋਂ ਲੰਘਦਾ ਹੈ, ਤੋ ਉਸ ਅਵਸਥਾਵਾਂ ਸਾਰੀਆਂ ਜਿਹੜੀਆਂ ਕਿ ਸਤਿਗੁਰਾਂ ਨੇ ਹੁਣ ਤੱਕ 15 ਪੌੜੀਆਂ ਦੇ ਵਿੱਚ ਸਾਨੂੰ ਦੱਸੀਆਂ ਹਨ, ਤੇ ਪੰਚ ਬਣਨ ਦੀ ਅਵਸਥਾ ਤੱਕ ਪਹੁੰਚ ਵੀ ਜਾਂਦਾ ਹੈ, ਤਾਂ ਇਹ ਖਤਰਾ ਪੈਦਾ ਹੋ ਜਾਂਦਾ ਹੈ ਕਿ ਜਿਉਂ-ਜਿਉਂ ਅਸੀਂ ਉੱਚੇ ਉੱਠਦੇ ਹਾਂ, ਸਾਡੇ ਮਨ ਵਿੱਚ ਕਿਤੇ ਇਹ ਖਦਸ਼ਾ ਨਾ ਪੈਦਾ ਹੋ ਜਾਵੇ ਕਿ ਮੈਂ ਇਸ ਜਗਤ ਦਾ, ਦਿਸਦੇ ਜਗਤ ਦਾ ਅੰਤ ਪਾ ਸਕਦਾ ਹਾਂ, ਮੈਂ ਇਹਦੀ ਹਰ ਗੱਲ ਨੂੰ ਐਕਸਪਲੇਨ ਕਰ ਸਕਦਾ ਹਾਂ। ਇਹ ਸਾਡਾ ਰਸਤਾ ਨਹੀਂ ਹੈ। ਇਹ ਧਰਮ ਦੇ ਮਾਰਗ ਤੇ ਚੱਲਣ ਵਾਲੇ ਵਿਅਕਤੀ ਦਾ ਰਸਤਾ ਨਹੀਂ ਹੈ। ਧਰਮ ਦੇ ਮਾਰਗ ਤੇ ਚੱਲਣ ਵਾਲੇ ਵਿਅਕਤੀ ਦਾ ਰਸਤਾ ਤਾਂ ਇਹ ਹੈ ਕਿ ਉਸ ਅਕਾਲ ਪੁਰਖ ਦੇ ਨਿਯਮ ਦੇ ਵਿੱਚ ਆਪਣਾ ਭਰੋਸਾ ਰੱਖੇ। ਉਹਨੇ ਕਿਸ ਤਰੀਕੇ ਦੇ ਨਾਲ ਇਸ ਜਗਤ ਨੂੰ ਬਣਾਇਆ ਹੈ ਔਰ ਇਹਨੂੰ ਇੱਕ ਮਰਿਆਦਾ ਦੇ ਵਿੱਚ ਰੱਖਿਆ ਹੈ, ਇਹਦੇ ਉੱਤੇ ਸਾਡਾ ਪੂਰਾ ਈਮਾਨ ਹੋਏਗਾ ਤੇ ਤਾਂ ਹੀ ਅਸੀਂ ਅੱਗੇ ਚੱਲ ਸਕਦੇ ਹਾਂ। ਇਹ ਗੱਲ ਸਤਿਗੁਰਾਂ ਨੇ ਅੱਗੇ ਫਿਰ ਉਹ ਐਗਜ਼ਾਮਪਲ ਦੇ ਕੇ ਵੀ ਸਾਨੂੰ ਸਮਝਾ ਦਿੱਤੀ ਹੈ। ਹੁਣ ਅੱਗੇ ਹੋਰ ਖੋਲ ਕੇ ਸਤਿਗੁਰੂ ਸਮਝਾਉਂਦੇ ਹਨ
ਕਿ ਅਸੀਂ ਇਸ ਦਿਸਦੇ ਜਗਤ ਦੀ ਜੋ ਅੰਦਾਜ਼ਾ ਲਗਾਉਣ ਦਾ ਯਤਨ ਕਰਦੇ ਹਾਂ ਉਹ ਨਿਰਾਰਥਕ ਤਾਂ ਹੈ ਹੀ, ਪਰ ਅਸੀਂ ਇਹ ਵੀ ਸਮਝ ਲਈਏ ਕਿ ਇਹ ਜੋ ਜਗਤ ਹੈ ਇਹ ਕਿੱਡਾ ਕੁ ਵੱਡਾ ਹੈ, ਉਹਦੀ ਕੁਦਰਤ ਕਿੱਡੀ ਕੁ ਵੱਡੀ ਹੈ, ਤੇ ਜੇ ਕੁਦਰਤ ਏਡੀ ਵੱਡੀ ਹੈ ਤੇ ਅਕਾਲ ਪੁਰਖ ਕਿੱਡਾ ਕੁ ਵੱਡਾ ਹੈ, ਤੇ ਫਿਰ ਸਾਡੇ ਕੀ ਕੀ ਕਰਨਾ ਸਾਡੇ ਲਈ ਬਣਦਾ ਹੈ। ਅੱਗੇ ਸਤਿਗੁਰੂ ਕਹਿੰਦੇ ਹਨ, ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਉੜੀ ਕਲਾਮ। ਜੀ ਦਾ ਅਰਥ ਹੈ ਜਿਹੜੇ ਜੀ ਜੰਤ ਇਸ ਜਗਤ ਦੇ ਵਿੱਚ ਹਨ। ਜਾਤ ਰੰਗਾ ਕੇ ਨਾਮ, ਕਈ ਨਾਮ ਹਨ, ਕਈ ਕਿਸਮਾਂ ਹਨ, ਕਈ ਰੰਗ ਹਨ। ਸਭਨਾ ਲਿਖਿਆ ਉੜੀ ਕਲਾਮ। ਉੜੀ ਦਾ ਅਰਥ ਹੈ ਲਗਾਤਾਰ ਚੱਲ ਰਹੀ, ਕਲਾਮ ਦਾ ਅਰਥ ਹੈ ਕਲਮ, ਜਾਂ ਅਸੀਂ ਕਹੀਏ ਕਿ ਕਲਮ ਚੱਲਦੀ ਹੈ ਤੇ ਜੋ ਉਹ ਕਥਨ ਕਰਦੇ ਹਨ, ਆਪਣਾ ਗੱਲ ਕਹਿਣੀ ਚਾਹੁੰਦੇ ਹਨ, ਉਹ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਕਿਸਮਾਂ ਦੇ, ਕਈ ਜ਼ਾਤਾਂ ਕਿਸਮਾਂ ਦੇ, ਕਈ ਨਾਵਾਂ ਦੇ, ਕਈ ਜੀ ਜੰਤ ਬੜੀਆਂ ਕਿਸਮਾਂ ਦੇ ਹਨ। ਇਹਨਾਂ ਸਾਰਿਆਂ ਨੇ ਹੀ ਲਗਾਤਾਰ ਚੱਲ ਰਹੀ ਆਪਣੀ ਕਲਮ ਦੇ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ। ਭਾਵ ਬਹੁਤ ਸਾਰੇ ਮਨੁੱਖਾਂ ਨੇ ਲਗਾਤਾਰ ਮਿਹਨਤ ਕਰਕੇ, ਲਗਾਤਾਰ ਲਿਖ ਕੇ ਕੁਦਰਤ ਦਾ ਲੇਖਾ ਲਿਖਿਆ ਹੈ, ਬਿਆਨ ਕੀਤਾ ਹੈ। ਪਰ ਅੱਗੇ ਸਤਿਗੁਰੂ ਕਹਿੰਦੇ ਹਨ, ਇਹ ਲੇਖਾ ਲਿਖ ਜਾਣੈ ਕੋਏ। ਲਿਖ ਜਾਣਾ ਦਾ ਮਤਲਬ ਹੈ ਕਿ ਲਿਖਣਾ ਜਾਣਦਾ ਹੈ। ਕੋਏ ਭਾਵ ਕੋਈ, ਕੋਈ ਵਿਰਲਾ ਹੀ, ਪਰ ਕੋਈ ਵਿਰਲਾ ਮਨੁੱਖ ਹੀ ਇਹ ਲੇਖਾ ਲਿਖਣਾ ਜਾਣਦਾ ਹੈ। ਭਾਵ ਪ੍ਰਭੂ ਦੀ ਰਚਨਾ ਦਾ ਅੰਤ ਜਿਹੜਾ ਹੈ ਉਹ ਕੋਈ ਵੀ ਜੀਵ ਨਹੀਂ ਪਾ ਸਕਦਾ। ਅਨੇਕਾਂ ਲੋਕ, ਅਨੇਕਾਂ ਮਨੁੱਖ, ਇਹ ਕਈ ਕਿਸਮਾਂ ਕਿਸਮਾਂ ਦੇ ਲੋਕ, ਹਰ ਕਿਸਮ ਦੇ, ਹਰ ਜਾਤ ਦੇ, ਹਰ ਰੰਗ ਦੇ, ਹਰ ਨਾਂ ਦੇ ਲੋਕ ਆਪਣੀ ਲਗਾਤਾਰ ਉਸ ਅਕਾਲ ਪੁਰਖ ਦੀ ਕੁਦਰਤ ਦਾ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨੂੰ ਬਿਆਨ ਕਰਕੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੀ ਉਹਦਾ ਅੰਤ ਪਾ ਸਕਦਾ ਹੈ, ਸਮਝ ਸਕਦਾ ਹੈ। ਭਾਵ ਕਿ ਕੋਈ ਇੱਕ ਵਿਅਕਤੀ ਉਹਦਾ ਅੰਤ ਨਹੀਂ ਪਾ ਸਕਦਾ, ਉਹ ਉਹਨੂੰ ਦੱਸ ਨਹੀਂ ਸਕਦਾ, ਉਹਦੇ ਅੰਤ ਤੱਕ ਪਹੁੰਚ ਨਹੀਂ ਸਕਦਾ। ਸਤਿਗੁਰੂ ਕਹਿੰਦੇ ਹਨ, ਲੇਖਾ ਲਿਖਿਆ ਕੀਤਾ ਹੋਏ। ਵੀ ਜੇ ਮੰਨ ਲਓ ਇਹ ਲੇਖਾ ਲਿਖਿਆ ਵੀ ਜਾਏ, ਲੇਖਾ ਲਿਖਿਆ ਦਾ ਅਰਥ ਹੈ ਕਿ ਜੇ ਇਹ ਲੇਖਾ ਲਿਖਿਆ ਜਾਏ, ਕੀਤਾ ਹੋਏ ਤਾਂ ਕਿੰਨਾ ਵੱਡਾ ਹੋਏ। ਹੁਣ ਜੇ ਇਹ ਲੇਖਾ ਲਿਖ ਵੀ ਲਿਆ ਜਾਵੇ ਤਾਂ ਕਿੰਨਾ ਕੁ ਵੱਡਾ ਹੋ ਜਾਵੇਗਾ। ਅਸੀਂ ਕੀਤਾ ਹੋਏ ਇਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਕਿੰਨਾ ਵੱਡਾ ਹੋਏਗਾ। ਭਾਵ ਅਗੇਨ ਇਹੀ ਸਤਿਗੁਰੂ ਕਹਿ ਰਹੇ ਹਨ ਕਿ ਉਸ ਕਰਤੇ ਦੀ ਕੁਦਰਤ ਦਾ ਅਸੀਂ ਹਿਸਾਬ ਨਹੀਂ ਲਗਾ ਸਕਦੇ। ਤੋ ਇਹਨਾਂ ਤਿੰਨਾਂ ਪੰਕਤੀਆਂ, ਚਾਰਾਂ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਦਰਤ ਨੂੰ ਐਕਸਪਲੇਨ ਕਰਨ ਦਾ, ਇਹਦੀ ਵਿਆਖਿਆ ਕਰਨ ਦਾ ਯਤਨ ਨਾ ਕਰ, ਕਿਉਂਕਿ ਇਹਦਾ ਲੇਖਾ ਲਿਖਿਆ ਹੀ ਨਹੀਂ ਜਾ ਸਕਦਾ, ਇਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਤੋ ਸਤਿਗੁਰੂ ਕਹਿੰਦੇ ਹਨ ਕਿ ਕੀਤਾ ਤਾਣ ਸਵਾਲਿਓ ਰੂਪ। ਸਵਾਲਿਓ ਦਾ ਭਾਵ ਹੈ ਸੁੰਦਰ। ਹੁਣ ਸਤਿਗੁਰੂ ਕਹਿੰਦੇ ਹਨ ਕਿ ਇਹ ਲੇਖਾ ਲਿਖਿਆ ਨਹੀਂ ਜਾ ਸਕਦਾ। ਇਹਦਾ ਅਸੀਂ ਇੱਕ ਸਮਝ ਵੀ ਲਈਏ ਕਿ ਕਿਉਂ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਇਸ ਕੁਦਰਤ ਦਾ ਕਰਤਾ ਕੌਣ ਹੈ। ਹੁਣ ਸਤਿਗੁਰੂ ਸਾਨੂੰ ਉਹਦੇ ਬਾਰੇ ਦੱਸ ਰਹੇ ਹਨ। ਕੀਤਾ ਤਾਣ ਭਾਵ ਉਸ ਦੇ ਵਿੱਚ ਕਿੰਨਾ ਕੁ ਤਾਣ ਹੈ, ਕਿੰਨਾ ਕੁ ਜ਼ੋਰ ਹੈ, ਕਿੰਨੀ ਕੁ ਉਹਦੀ ਸਮਰੱਥਾ ਹੈ। ਇਹ ਕਿੰਨਾ ਹੈ, ਕੀਤਾ ਹੈ, ਕਿੰਨਾ ਵੱਡਾ ਹੈ, ਅਸੀਂ ਇਹਦਾ ਅੰਦਾਜ਼ਾ ਨਹੀਂ ਲਗਾ ਸਕਦੇ। ਭਾਵ ਉਹ ਬੇਅੰਤ ਹੈ। ਸਵਾਲਿਓ ਰੂਪ, ਉਸ ਅਕਾਲ ਪੁਰਖ ਦਾ ਰੂਪ ਵੀ ਅਤ ਸੁੰਦਰ ਹੈ, ਬੇਅੰਤ ਹੈ। ਭਾਵ ਉਹਦਾ ਤਾਣ ਵੀ ਬੇਅੰਤ ਹੈ ਤੇ ਉਹਦਾ ਰੂਪ ਵੀ ਬੇਅੰਤ ਹੈ, ਉਹਦੀ ਸੁੰਦਰਤਾ ਵੀ ਬੇਅੰਤ ਹੈ। ਤੇ ਕੀਤੀ ਦਾਤ ਜਾਣੈ ਕੌਣ ਕੂਟ। ਦਾਤ ਦਾ ਭਾਵ ਹੈ, ਕੀਤੀ ਦਾਤ ਤੋਂ ਸਤਿਗੁਰੂ ਇਹ ਕਹਿਣਾ ਚਾਹੁੰਦੇ ਹਨ ਕਿ ਉਹਦੀ ਦਾਤ ਵੀ ਕਿੰਨੀ ਵੱਡੀ ਹੈ, ਬੇਅੰਤ ਹੈ। ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ, ਉਹਦਾ ਸ਼ੁਮਾਰ ਨਹੀਂ ਪਾ ਸਕਦੇ, ਉਹਦਾ ਹਿਸਾਬ ਨਹੀਂ ਲਗਾ ਸਕਦੇ। ਜਾਣੈ ਕੌਣ ਕੂਟ। ਕੂਟ ਦਾ ਮਤਲਬ ਹੈ ਅੰਦਾਜ਼ਾ ਲਗਾਉਣਾ, ਮਾਪ ਲਗਾਉਣਾ।
ਭਾਵ ਉਹਦਾ ਘੇਰਾ ਮਿਣ ਲੈਣਾ। ਤਾਂ ਸਤਿਗੁਰੂ ਕਹਿੰਦੇ ਹਨ ਕਿ ਕੌਣ ਅੰਦਾਜ਼ਾ ਲਗਾ ਸਕਦਾ ਹੈ, ਜਾਣੇ ਕੌਣ ਕੂਟ, ਉਹਦਾ ਜੋ ਅੰਦਾਜ਼ਾ, ਉਹਦਾ ਮਾਪ, ਉਹਦਾ ਘੇਰਾ ਕੌਣ ਲਗਾ ਸਕਦਾ ਹੈ ਕਿ ਤੇਰੀ ਦਾਤ ਵੀ ਕਿੰਨੀ ਕੁ ਵੱਡੀ ਹੈ। ਕਿਉਂਕਿ ਕਰਤੇ ਦਾ ਤਾਣ ਹੀ ਬੇਅੰਤ ਹੈ, ਕਰਤੇ ਦਾ ਰੂਪ ਅਤ ਸੁੰਦਰ ਰੂਪ ਵੀ ਬੇਅੰਤ ਹੈ, ਕਰਤੇ ਦੀਆਂ ਦਾਤਾਂ ਦਾ ਵੀ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ, ਤਾਂ ਫਿਰ ਅਸੀਂ ਉਹਦੀ ਕੁਦਰਤ ਦਾ ਕਿਵੇਂ ਅੰਦਾਜ਼ਾ ਲਗਾ ਸਕਦੇ ਹਾਂ। ਤੇ ਕੁਦਰਤ ਬਣੀ ਵੀ ਕਿਸ ਤਰ੍ਹਾਂ ਹੈ। ਸਤਿਗੁਰੂ ਕਹਿੰਦੇ ਹਨ ਕੀਤਾ ਪਸਾਓ ਏਕੋ ਕਵਾਓ। ਪਸਾਓ ਤੋਂ ਭਾਵ ਹੈ ਪਸਾਰਾ, ਤੇ ਕਵਾਓ ਦਾ ਭਾਵ ਜੋ ਲਿਟਰਲ ਬੰਦਾ ਉਹ ਤਾਂ ਕਿਹਾ ਹੋਇਆ ਹੈ, ਭਾਵ ਬਚਨ ਜਾਂ ਹੁਕਮ। तो सतगुरु कहते हैं कि अकाल पुरख ने अपने हुक्म दे नाल ये सारा संसार बना दिता। तिसते होए लख दरिया। हुण इस हुक्म तो तिसते भाव उस दे हुक्म तो होए लख दरिया। लख दरियाओ भाव लखां ही दरियाओ होंदे च आ गए, लखां ही दरिया होंदे च आ गए। इत्थे लख दा भाव कोई गिणती लख नहीं है, ਇਹ ਇੱਕ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਹੈ ਕਿ ਅਨੇਕਾਂ ਹੀ, ਬਹੁਤ ਸਾਰੇ, ਜਿਨ੍ਹਾਂ ਦੀ ਅਸੀਂ ਗਿਣਤੀ ਕਰ ਨਹੀਂ ਸਕਦੇ, ਇੰਨੇ ਦਰਿਆ ਵੀ ਹੋਂਦੇ ਚ ਆ ਗਏ। ਜੋ ਕਿ ਅਸੀਂ ਜਾਣਦੇ ਹਾਂ ਕਿ ਦਰਿਆ ਜਿਹੜੇ ਹਨ ਉਹ ਕੁਦਰਤ ਦੀਆਂ ਬੜੀਆਂ ਪਾਵਰਫੁਲ ਚੀਜ਼ਾਂ ਵਿੱਚੋਂ ਹਨ। ਜਦੋਂ ਚੱਲਦੇ ਹਨ ਉਹਨਾਂ ਵਿੱਚ ਪਾਣੀ ਆਉਂਦਾ ਹੈ, ਹੜ੍ਹ ਆਉਂਦਾ ਹੈ, ਤਾਂ ਉਹ ਕੀ ਸਾਡੇ ਸਾਹਮਣੇ ਨਕਸ਼ਾ ਖਿੱਚ ਦਿੰਦੇ ਹਨ। ਤਾਂ ਸਤਿਗੁਰੂ ਇਹ ਕਹਿ ਰਹੇ ਹਨ ਕਿ ਉਸ ਦਾ ਤਾਣ ਕਿੰਨਾ ਹੈ, ਵੱਡਾ ਹੈ, ਅਸੀਂ ਦੱਸ ਨਹੀਂ ਸਕਦੇ। ਉਸ ਦਾ ਰੂਪ ਕੈਸਾ ਹੈ, ਕਿੰਨਾ ਸੁੰਦਰ ਹੈ, ਅਸੀਂ ਉਹ ਵੀ ਦੱਸ ਨਹੀਂ ਸਕਦੇ। ਉਹਦੀਆਂ ਦਾਤਾਂ ਦਾ ਵੀ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤੇ ਉਹ ਅਕਾਲ ਪੁਰਖ ਨੇ ਇੱਕ ਹੁਕਮ ਕੀਤਾ, ਉਹਦੇ ਹੁਕਮ ਨਾਲ ਹੀ ਇਹ ਸਾਰਾ ਪਸਾਰਾ ਬਣ ਗਿਆ। ਤੇ ਇਹ ਇੱਕ ਉਹਦੇ ਚੋਂ ਪਸਾਰੇ ਦੇ ਵਿੱਚੋਂ ਇੱਕ ਚੀਜ਼ ਦਾ ਨਾਂ ਦੱਸ ਕੇ ਸਾਨੂੰ ਉਹ ਸਮਝਾ ਰਹੇ ਹਨ ਕਿ ਇਹ ਕਿੰਨੀ ਪਾਵਰਫੁਲ ਔਰ ਕਿੰਨੀ ਵਿਸ਼ਾਲ ਹੈ ਕਿ ਤਿਸ ਤੇ ਹੋਏ ਲਖ ਦਰਿਆ। ਅਨੇਕਾਂ ਲੱਖਾਂ ਦਰਿਆ ਵੀ ਬਣ ਗਏ ਉਸਦੇ ਇੱਕ ਹੁਕਮ ਦੇ ਨਾਲ ਹੀ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਬਣਾਉਣ ਵਾਲਾ ਇੰਨਾ ਵੱਡਾ ਹੈ ਤੇ ਅਸੀਂ ਉਹਦੀ ਕੁਦਰਤ ਦਾ ਵੀ ਅੰਦਾਜ਼ਾ ਨਹੀਂ ਲਗਾ ਸਕਦੇ, ਤਾਂ ਫਿਰ ਹੇ ਮੇਰੇ ਬੱਚੇ, ਹੇ ਮਨੁੱਖ, ਹੇ ਮੇਰੇ ਸਿੱਖ, ਉਹਦੇ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਉਹਦੇ ਦਿਸਦੇ ਜਗਤ ਨੂੰ ਅੰਦਾਜ਼ੇ ਲਗਾ ਕੇ ਆਪਣੀਆਂ ਮਨ ਘੜਤ ਸੋਚਾਂ ਦੇ ਮੁਤਾਬਕ ਕੋਈ ਸਿਸਟਮ ਬਣਾ ਕੇ ਕਿ ਹਾਂਜੀ ਇੱਥੇ ਇੱਕ ਐਗਜ਼ਾਮਪਲ ਜਿਵੇਂ ਉਹਨਾਂ ਨੇ ਲਈ ਹੈ ਕਿ ਇਹ ਜਗਤ ਕਿਵੇਂ ਖੜਾ ਹੈ, ਇਹਦਾ ਆਧਾਰ ਕੀ ਹੈ, ਇਹਦੇ ਕੋਈ ਅੰਦਾਜ਼ੇ ਲਾਉਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਗੱਲ ਤਾਂ ਬੜੀ ਸਿੱਧੀ ਜਿਹੀ ਹੈ, ਜਿਹੜੀ ਇੱਕ ਭਗਤ ਨੂੰ ਸਹਿਜੇ ਹੀ ਸਮਝ ਵਿੱਚ ਆ ਜਾਣੀ ਚਾਹੀਦੀ ਹੈ ਕਿ ਇਸ ਜਗਤ ਦਾ ਆਧਾਰ ਉਸ ਅਕਾਲ ਪੁਰਖ ਦਾ ਹੁਕਮ ਹੈ। ਉਸ ਹੁਕਮ ਦੇ ਵਿੱਚ ਹੀ ਸਾਨੂੰ ਚੱਲਣ ਦੀ ਗੱਲ ਹੈ ਕਿ ਉਸ ਹੁਕਮ ਦੇ ਵਿੱਚ ਹੀ ਸਾਰਾ ਜਗਤ ਖੜਾ ਹੈ। ਉਹਨੇ ਜੋ ਮਰਿਆਦਾ ਬਣਾਈ ਆ ਉਹਦੇ ਵਿੱਚ ਜਗਤ ਖੜਾ ਹੈ ਔਰ ਉਹਦੇ ਵਿੱਚ ਹੀ ਉਹ ਚਲਾ ਰਿਹਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਉਹ ਕੁਦਰਤ ਇੰਨੀ ਵੱਡੀ ਹੈ, ਉਹ ਅਕਾਲ ਪੁਰਖ ਕਰਤਾ ਇੰਨਾ ਵੱਡਾ ਹੈ, ਤਾਂ ਫਿਰ ਮਨੁੱਖ ਦਾ ਕੀ ਕੰਮ ਹੈ ਕਿ ਉਹਨਾਂ ਦਾ ਅੰਦਾਜ਼ਾ ਲਗਾਵੇ, ਜਿਵੇਂ ਉਪਨਿਸ਼ਦਾਂ ਵਿੱਚ ਜਾਂ ਹੋਰ ਗ੍ਰੰਥਾਂ ਦੇ ਵਿੱਚ ਸਾਨੂੰ ਥਿਊਰੀ ਦਿੱਤੀ ਗਈ ਬਲਦ ਵਾਲੀ। ਸਤਿਗੁਰੂ ਕਹਿੰਦੇ ਹਨ ਨਹੀਂ, ਸਾਡੇ ਕਰਨ ਵਾਲਾ ਕੰਮ ਤੇ ਇੱਕੋ ਹੀ ਹੈ, ਉਹ ਹੈ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਅਕਾਲ ਪੁਰਖ ਨੇ ਕੁਦਰਤ ਰਚੀ ਹੈ, ਕੁਦਰਤ ਦਾ ਭਾਵ ਇੱਕ ਤਾਂ ਉਸ ਦੀ ਕੁਦਰਤ ਜੋ ਬਣਿਆ ਹੋਇਆ ਹੈ, ਤਾਂ ਉਸ ਕੁਦਰਤ ਨੂੰ ਬਿਆਨ ਕਰਨਾ ਸਾਡਾ ਕੰਮ ਨਹੀਂ ਹੈ। ਕੁਦਰਤ ਕਵਣ, ਕੁਦਰਤ ਦਾ ਦੂਜਾ ਅਰਥ ਹੈ ਕਿ ਸਾਡੀ ਤਾਕਤ ਕੀ ਹੈ। ਤਾਕਤ ਦਾ ਅਰਥ ਹੈ ਸਮਰੱਥਾ, ਸਾਡੀ ਸਮਰੱਥਾ ਕਿਹੜੀ ਹੈ। ਕੁਦਰਤ ਕਵਣ, ਮੇਰੇ 'ਚ ਕਿਹੜੀ ਐਸੀ ਸਮਰੱਥਾ ਹੈ, ਭਾਵ ਮੇਰੇ 'ਚ ਕੀ ਸਮਰੱਥਾ ਹੈ। ਕੋਈ ਐਸੀ ਸਮਰੱਥਾ ਨਹੀਂ ਕਿ ਮੈਂ ਕਹਾਂ ਵਿਚਾਰ, ਕਹਾਂ ਤੋਂ ਭਾਵ ਹੈ ਆਖਾਂ, ਤੇ ਵਿਚਾਰਾਂ ਤੋਂ ਭਾਵ ਹੈ ਕਿ ਮੈਂ ਇਹਦਾ ਵਿਚਾਰ ਕਰਕੇ ਦੱਸ ਸਕਾਂ। ਮੈਂ ਵਿਚਾਰ ਕਰਕੇ ਨਹੀਂ ਦੱਸ ਸਕਦਾ। ਮੇਰੀ ਕੀ ਤਾਕਤ ਹੈ ਕਿ ਮੈਂ ਕਰਤੇ ਦੀ ਕੁਦਰਤ ਦੀ ਵਿਚਾਰ ਕਰਾਂ। ਹੇ ਵਾਹਿਗੁਰੂ, ਵਾਰਿਆ ਨਾ ਜਾਵਾਂ ਏਕ ਵਾਰ, ਮੇਰੀ ਤਾਂ ਇੰਨੀ ਵੀ ਸਮਰੱਥਾ ਨਹੀਂ ਕਿ ਮੈਂ ਤੇਰੇ ਤੋਂ ਇੱਕ ਵੇਰੀ ਵੀ ਸਦਕੇ ਹੋ ਸਕਾਂ। ਵਾਰਿਆ ਨਾ ਜਾਵਾਂ, ਵਾਰਿਆ ਦਾ ਭਾਵ ਹੈ ਸਦਕੇ ਜਾਣਾ। ਮੇਰੇ 'ਚ ਤਾਂ ਇਹ ਵੀ ਸਮਰੱਥਾ ਨਹੀਂ ਕਿ ਇੱਕ ਵਾਰੀ ਵੀ ਮੈਂ ਤੇਰੇ ਉੱਤੇ ਸਦਕੇ ਜਾ ਸਕਾਂ। ਤਾਂ ਮੇਰੀ ਕੀ ਕੁਦਰਤ ਹੈ ਕਿ ਮੈਂ ਤੇਰੀ ਕੁਦਰਤ ਦਾ ਵਿਚਾਰ ਕਰ ਸਕਾਂ।
तेरी बनतर का विचार कर सका, तो मेरे च ऐसी ताकत ही नहीं है। मैं तो तेरे तो एक बारी बलिहार जान की भी समर्था नहीं रखता। जो तुध भावै साई भली कार, तू सदा सलामत निरंकार। भाव जो तेनू भाउंदा है ਉਹੀ ਭਲਾ है। जो तुध भावै, जो तेनू भाउंदा है साई भली कार, साई ਉਹ ਕੰਮ ਜਿਹੜਾ है ਉਹ ਭਲਾ ਕੰਮ है। तू सदा सलामत निरंकार। तू सदा सलामत, सलामत का भाव है कि थिर ते अटल। निरंकार का भाव है हे हरि, जो तू माया तो परे है, दिसदे तो परे है। हे वाहिगुरु, हे हरि, मेरा तो यही बनता है कि मैं तेरे प्यार दे विच लीन हो जावां, कि जो तू कर रहा है वही भला है, वही भला है, वही भला है। हे वाहिगुरु, हे वाहिगुरु, हे निरंकार, तू सदा सलामत है, तू सदा रहन वाला है, सदा स्थिर है। तो ये सतगुरु कहते हैं कि साडी ये अवस्था बननी चाहिए है। साडी उस दे प्रेम विच आके तू अपनी अवस्था इस तरह बना कि कुदरत कवन कहाँ विचार, वारिया न जावा एक वार। जो तुध भावै साई भली कार, तू सदा सलामत निरंकार। तो इस पिछले हिस्से ਦੇ ਵਿੱਚ ਸਤਿਗੁਰਾਂ ਨੇ ਸਾਨੂੰ ਜੋ ਸਮਝਾਇਆ ਹੈ ਕਿ ਜਗਤ ਦੀ ਜਦੋਂ ਅਸੀਂ ਵਿਸ਼ਾਲਤਾ ਦੇਖਦੇ ਹਾਂ ਤਾਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ। ਤੇ ਇੱਕ ਜਿਹੜੀ ਰੁਕਾਵਟ ਇਸ ਸਟੇਜ ਤੇ ਆ ਕੇ ਸਤਿਗੁਰਾਂ ਨੂੰ ਲੱਗਦਾ ਹੈ ਕਿ ਮੈਨੂੰ ਸਮਝਾ ਦੇਣਾ ਚਾਹੀਦਾ ਹੈ, ਉਸ ਦਾ ਜ਼ਿਕਰ ਕਰਦੇ ਹਨ ਕਿ ਕਿਤੇ ਇਹ ਨਾ ਹੋ ਜਾਏ ਕਿ ਜਿਉਂ-ਜਿਉਂ ਤੇਰੀ ਅਵਸਥਾ ਉੱਚੀ ਹੋਵੇ, ਤੇਰੀ ਅਵਸਥਾ ਵਿਸ਼ਾਲ ਹੋਵੇ, ਤੇਰੀ ਨਜ਼ਰ ਵਿਸ਼ਾਲ ਹੋਵੇ, ਤੇ ਕਿਤੇ ਇਹ ਨਾ ਸਮਝ ਲਈ ਕਿ ਤੂੰ ਕੁਦਰਤ ਦਾ, ਉਸ ਕਰਤੇ ਦੀ ਕੁਦਰਤ ਦਾ ਅੰਤ ਪਾ ਸਕਦਾ ਹੈ, ਕਿਉਂਕਿ ਇਹ ਅਸੰਭਵ ਹੈ। ਇਹ ਐਸੇ ਜਿਹੜੇ ਯਤਨ ਹਨ ਉਹ ਨਿਰਾਰਥਕ ਹਨ, ਸਾਨੂੰ ਆਪਣੇ ਰਸਤੇ ਤੋਂ ਖੁੰਝਾਉਂਦੇ ਹਨ, ਉਹ ਜਿਹੜੇ ਪਾਉਂਦੇ ਹਨ। ਤੇ ਉਹ ਬਲਦ ਦੀ ਉਦਾਹਰਨ ਦੇ ਕੇ ਸਤਿਗੁਰਾਂ ਨੇ ਸਮਝਾ ਦਿੱਤਾ ਹੈ ਕਿ ਜੇ ਤੂੰ ਇਹੋ ਜਿਹੀ ਕੋਈ ਥਿਊਰੀ ਘੜ ਵੀ ਲਏਗਾ, ਉਹਦੇ ਵਿੱਚ ਕੋਈ ਮੈਰਿਟ ਨਹੀਂ ਹੋਏਗੀ, ਉਹਦੇ ਵਿੱਚ ਕੋਈ ਤਾਕਤ ਨਹੀਂ ਹੋਏਗੀ ਕਿ ਉਹ ਖੜੀ ਹੋ ਸਕੇ। तो फिर वो समझाते हैं कि कुदरत बहुत विशाल है, चाहे सारे रल रल के ਉਹਦੀ ਬੇਅੰਤਤਾ, ਉਹਦੀ ਕੁਦਰਤ ਦਾ ਬਿਆਨ ਕਰਦੇ ਰਹਿਣ, ਲਿਖਣ, ਸਮਝਾਉਣ, ਹਰ ਤਰੀਕੇ ਦੇ ਨਾਲ ਹਿਸਾਬ ਕਿਤਾਬ ਲਾਉਣ, ਪਰ ਸਾਨੂੰ ਉਹਦੇ ਵਿੱਚ ਵੀ ਉਹ ਸ਼ੁਮਾਰ ਨਹੀਂ ਲਾ ਸਕਦੇ। ਤਾਂ ਸਾਨੂੰ ਤਾਂ ਇਸ ਕੁਦਰਤ ਦੇ ਕਰਤੇ ਦੇ ਵੱਲ ਹੀ ਆਪਣੀ ਸੁਰਤ ਜੋੜਨੀ ਚਾਹੀਦੀ ਹੈ, ਬਜਾਏ ਇਸ ਦੇ ਕਿ ਅਸੀਂ ਕੁਦਰਤ ਦੀ ਬੇਅੰਤਤਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਆਪਣਾ ਬੰਨਣ ਦੀ ਕੋਸ਼ਿਸ਼ ਕਰੀਏ। ਜਦੋਂ ਅਸੀਂ ਕੁਦਰਤ ਦੀ ਬੇਅੰਤਤਾ ਦੇਖੀਏ, ਕਿੰਨੀ ਬੇਅੰਤ, ਕਿੰਨੀ ਵਿਸ਼ਾਲ ਕੁਦਰਤ ਹੈ, ਤੇ ਸਾਡੇ ਅੰਦਰੋਂ ਉਸ ਪ੍ਰਭੂ ਦੇ ਨਾਲ ਸੁਰਤ ਸਾਡੀ ਜੁੜਨੀ ਚਾਹੀਦੀ ਹੈ, ਕਿਉਂਕਿ ਉਹ ਬੇਅੰਤ ਬਲ ਦਾ ਮਾਲਕ ਹੈ, ਉਹਦਾ ਰੂਪ ਬੇਅੰਤ ਹੈ। ਉਹਨੇ ਸਾਰੀ ਇੱਕ ਹੁਕਮ ਕਰਕੇ ਹੀ ਸ੍ਰਿਸ਼ਟੀ ਬਣਾ ਦਿੱਤੀ। ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਦੇਖ ਤੇ ਇਸ ਗੱਲ ਨੂੰ ਸਮਝ ਕਿ ਵੀ ਉਹ ਅਕਾਲ ਪੁਰਖ ਕਿੰਨਾ ਬੇਅੰਤ ਹੈ, ਤੇ ਉਹਦੇ ਵੱਲ ਹੀ ਸਾਨੂੰ ਆਪਣਾ ਧਿਆਨ ਲਗਾਉਣਾ ਬਣਦਾ ਹੈ। ਉਸ ਵੱਲ ਦੇਖ ਕੇ ਹੀ ਸਾਨੂੰ ਉਹ ਵਿਸਮਾਦ ਵਿੱਚ ਜਾਣਾ ਬਣਦਾ ਹੈ, ਉਹਦੇ ਰੰਗ ਵਿੱਚ ਰੰਗੀਤ ਜਾਣਾ ਬਣਦਾ ਹੈ। ਇਹੀ ਭਗਤ ਦਾ ਇੱਕ ਪੰਚ ਦਾ ਜੋ ਕੰਮ ਹੋਣਾ ਚਾਹੀਦਾ ਹੈ। ਤੇ ਤਾਂ ਹੀ ਹਾਂ, ਜੇ ਇਹ ਗੱਲ ਦੀ ਸਮਝ ਲੱਗ ਜਾਏਗੀ ਕਿ ਇਹ ਜਗਤ ਵੀ ਬੇਅੰਤ ਹੈ, ਇਹਦੀ ਮੈਂ ਵਿਆਖਿਆ ਨਹੀਂ ਕਰ ਸਕਦਾ, ਇਸ ਜਗਤ ਨੂੰ ਬਣਾਉਣ ਵਾਲਾ ਵੀ ਬੇਅੰਤ ਹੈ, ਉਹਦੇ ਨਾਲ ਵੀ ਮੈਂ ਸਿਰਫ ਪ੍ਰੇਮ ਪਾ ਸਕਦਾ ਹਾਂ, ਉਹਦਾ ਮੈਂ ਮਾਪ ਤੋਲ ਮਿਹਣ ਪੈਮਾਇਸ਼ ਨਹੀਂ ਕਰ ਸਕਦਾ। ਤੇ ਫੇਰ ਹੀ ਸਤਿਗੁਰੂ ਕਹਿੰਦੇ ਹਨ ਕਿ ਤੂੰ ਉਸ ਰਸਤੇ ਤੇ ਚੱਲ ਸਕਦਾ ਹੈ ਜਿਸ ਦੇ ਉੱਤੇ ਚੱਲ ਕੇ ਤੂੰ ਸਚਿਆਰ ਬਣੇ। ਭਾਵ ਕਿ ਕੁਦਰਤ ਨੂੰ ਦੇਖ ਕੇ ਸਾਡੇ ਅੰਦਰ ਉਸ ਅਕਾਲ ਪੁਰਖ ਦੇ ਲਈ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ, ਨਾ ਕਿ ਇੱਥੇ ਸਾਡੇ ਮੈਂਟਲ ਜਿਮਨਾਸਟਿਕਸ ਸ਼ੁਰੂ ਹੋ ਜਾਣ ਕਿ ਇਹ ਕੁਦਰਤ ਕਿਵੇਂ ਬਣੀ, ਕਿੱਥੋਂ ਆਈ, ਕਿੱਥੇ ਜਾਣਾ ਹੈ, ਇਹਦਾ ਆਰੰਭ ਕੀ ਸੀ, ਇਹਦਾ ਅੰਤ ਕੀ ਸੀ। ਸਤਿਗੁਰੂ ਕਹਿੰਦੇ ਹਨ ਨਹੀਂ, ਕੁਦਰਤ ਨੂੰ ਦੇਖ, ਤੇ ਕੁਦਰਤ ਨੂੰ ਦੇਖ ਕੇ ਵਿਸਮਾਦ ਵਿੱਚ ਆ, ਪ੍ਰੇਮ ਦੇ ਵਿੱਚ ਆ, ਉਸ ਅਕਾਲ ਪੁਰਖ ਦੇ ਕੁਦਰਤ ਨੂੰ ਦੇਖ ਕੇ ਕਾਦਰ ਨੂੰ ਯਾਦ ਕਰ, ਕਾਦਰ ਦੇ ਪ੍ਰੇਮ ਵਿੱਚ ਆ, ਤੇਰਾ ਇਹ ਕੰਮ ਬਣਦਾ ਹੈ। ਜਿਨੇ ਇਸ ਰਸਤੇ ਦੇ ਉੱਤੇ ਤੁਰਨਾ ਹੈ, ਜਿਹੜੀ ਮੰਜ਼ਿਲ ਸਤਿਗੁਰੂ ਸਾਨੂੰ ਪਹਿਲੀ ਪੌੜੀ ਤੋਂ ਸਾਨੂੰ ਸਮਝਾ ਰਹੇ ਹਨ ਕਿ ਕੰਮ ਹੈ ਕਿ ਸਾਡੇ ਹਿਰਦੇ ਦੇ ਵਿੱਚ ਸੱਚ ਦਾ ਪ੍ਰਕਾਸ਼ ਹੋਵੇ।
ਅੰਦਰ ਉਸ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹੋਵੇ, ਤੇ ਜਿਹਨੂੰ ਉਹਨਾਂ ਨੇ ਸਚਿਆਰ ਦਾ ਨਾਮ ਦਿੱਤਾ ਹੈ। ਸਚਿਆਰ ਬਣਨ ਦੀ ਗੱਲ ਕਰੀ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਸ ਰਸਤੇ ਤੇ ਤੁਰਨ ਦੇ ਲਈ ਕੁਦਰਤ ਤੋਂ ਸਾਨੂੰ ਪ੍ਰੇਰਨਾ ਲੈ ਕੇ, ਕੁਦਰਤ ਵੱਲ ਦੇਖ ਕੇ ਸਮਾਧ ਵਿੱਚ ਆ ਕੇ ਕਾਦਲ ਨਾਲ ਜੁੜਨਾ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ